6 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦਾ ਕੰਮ ਸੀ ਇਹ ਪੜਚੋਲ ਕਰਨਾ ਕਿ ਗੁਰਬਾਣੀ ਪ੍ਰਸਾਰਣ ਜਿਹੜਾ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਹੋ ਰਿਹਾ ਹੈ ਉਸ ਵਿੱਚ ਕੀ ਕਮੀਆਂ ਨੇ, ਉਹਦੇ ਵਿੱਚ ਕਿਹੜੇ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਜੇ ਜੋ ਸਿੱਖ ਮਨਾਂ ਦੇ ਵਿੱਚ ਖੁਆਇਸ਼ ਹੈਗੀ ਹੈ ਕਿ ਇਸ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ, ਉਸ ਦੇ ਲਈ ਅਗਲੇਰਾ ਰਾਹ ਕੀ ਹੋ ਸਕਦਾ ਹੈ, ਉਸ ਦਾ ਇਹਨਾਂ ਤਿੰਨਾਂ ਪੱਖਾਂ ਨੂੰ ਦਰਸਾਉਂਦੀ ਹੋਈ ਇੱਕ 40 ਪੰਨਿਆਂ ਦੀ ਰਿਪੋਰਟ ਕੋਈ 2 ਸਾਲ ਪਹਿਲਾਂ ਅਸੀਂ ਤਿਆਰ ਕਰ ਲਈ ਸੀ, ਜਿਹੜੀ ਕਿ ਕੋਵਿਡ ਕਰਕੇ ਅਸੀਂ ਰਿਲੀਜ਼ ਨਹੀਂ ਕਰ ਪਾਏ। ਉਸ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਕੋਲੋਂ ਸਮਾਂ ਵੀ ਮੰਗਿਆ ਇਸ ਚੀਜ਼ ਨੂੰ ਉਹਨਾਂ ਨੂੰ ਦੇਣ ਲਈ, ਉਹ ਵੀ ਸਮਾਂ ਸਾਨੂੰ ਨਹੀਂ ਦਿੱਤਾ ਗਿਆ ਰੁਝੇਵਿਆਂ ਕਰਕੇ। ਇਸ ਲਈ ਉਹਨਾਂ ਨੂੰ ਕਾਪੀ ਅਸੀਂ ਡਾਕ ਰਾਹੀਂ ਭੇਜ ਕੇ ਅੱਜ ਅਸੀਂ ਸਿੱਖ ਸੰਗਤ ਅਤੇ ਆਮ ਸ਼ਹਿਰੀਆਂ ਦੇ ਰੂਬਰੂ ਕਰ ਰਹੇ ਹਾਂ। ਇਹ ਰਿਪੋਰਟ ਤਿਆਰ ਕਰਨ ਵਿੱਚ ਸਾਰੇ ਸਾਥੀਆਂ ਨੇ ਬਹੁਤ ਮਿਹਨਤ ਨਾਲ, ਬੜੀ ਸੰਜੀਦਗੀ ਨਾਲ ਸਿੱਖ ਧਰਮ ਦੇ ਵਡਮੁੱਲੇ ਅਤੇ ਮੁੱਢਲੇ ਸਿਧਾਂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਰਿਪੋਰਟ ਨੂੰ ਤਿਆਰ ਕੀਤਾ। ਸਾਡਾ ਇਹ ਸੋਚਣਾ ਹੈ ਕਿ this will be a watershed in the history of Gurbani telecast, not only in Punjab but also from other parts of India and the world. ਇਹ ਕਿਵੇਂ ਹੋਏਗਾ? ਇਹਦੇ ਲਈ ਸਾਰਾ ਕੁਝ ਦਾਰੋਮਦਾਰ ਜਿਹੜਾ ਹੈਗਾ ਉਹ ਮੌਜੂਦਾ ਬ੍ਰੌਡਕਾਸਟ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਗਲਤੀਆਂ ਨੂੰ ਮੰਨਣ ਤੇ ਅਤੇ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਤੇ ਅਤੇ ਨਿੱਜੀ ਚੈਨਲਾਂ ਤੇ ਦਬਾਅ ਪਾ ਕੇ ਸਹੀ ਫੈਸਲਾ ਕਰਨ ਦਾ, ਗੁਰਮਤ ਦੇ ਆਸ਼ੇ ਅਨੁਸਾਰ ਫੈਸਲਾ ਕਰਨ ਦਾ ਜੋ ਨਿਰਣਾ ਲਿਆ ਜਾਏਗਾ, ਉਸ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਜੋ ਸਿੱਖ ਚਾਹੁੰਦੇ ਨੇ ਵੀ ਇਹ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਵਿੱਚ ਐਡਵਰਟੀਜ਼ਮੈਂਟਸ ਦਾ ਕੀ ਸਕੋਪ ਹੋਣਾ ਚਾਹੀਦਾ, ਕਿਹੋ ਜਿਹਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਕਿਸ ਦੀ ਮੋਨੋਪੋਲੀ ਹੋਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ। All these aspects will have been covered. Then the Sangat can discuss it and then we can come to a proper conclusion which will be in consonance with Gurmat principles as well as the desires of the Sikh Sangat. I now request Sir Ajaypal Singh ji, who has dwelt at length on the financial aspect of the dealings of the channel which has been broadcasting Gurbani so far and all other attendant issues. He will let you know more. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਰਿਪੋਰਟ ਦੇ ਵਿੱਚ ਕਈ ਐਸਪੈਕਟਸ ਸਾਰੇ ਨੇ ਦੱਸਿਆ ਕਿ 5-6 ਦੇ ਆਪਣਾ ਹਿੱਸੇ ਹੈਗੇ ਆ। ਉਹਨਾਂ ਦੇ ਵਿੱਚੋਂ ਜਿਹੜੇ ਫਾਈਨੈਂਸ਼ੀਅਲ ਇਰੈਗੂਲੈਰਿਟੀਜ਼ ਹੋਈਆਂ ਜਾਂ ਫਾਈਨੈਂਸ਼ੀਅਲ ਆਰਥਿਕ ਪੱਖੋਂ ਜੋ ਨੁਕਸਾਨ ਹੋਇਆ ਉਹ ਜਾਂ ਗਲਤੀਆਂ ਹੋਈਆਂ ਉਣਤਾਈਆਂ ਰਹੀਆਂ ਉਹ। ਦੂਸਰਾ ਪ੍ਰੋਸੀਜਰਲ ਕਿ ਵੀ ਵਿਧੀ ਵਿਧਾਨ ਪ੍ਰੋਪਰਲੀ ਫੋਲੋ ਹੋਇਆ ਕਿ ਨਹੀਂ ਹੋਇਆ, ਕਿੱਥੇ ਉਹਦੇ ਵਿੱਚ ਉਣਤਾਈਆਂ ਰਹੀਆਂ ਜਾਂ ਗਲਤੀਆਂ ਕੀਤੀਆਂ ਗਈਆਂ ਜਾਣ ਬੁੱਝ ਕੇ ਜਾਂ ਭੁਲੇਖੇ ਨਾਲ ਹੋਈਆਂ, ਉਹ ਇੰਟੈਂਸ਼ਨਲ ਸੀ ਜਾਂ ਮਤਲਬ ਬਾਈ ਐਕਸੀਡੈਂਟਲ ਸੀ। ਤੇ ਤੀਸਰਾ ਐਸਪੈਕਟ ਕਿ ਵੀ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਅਸੀਂ ਟੈਲੀਕਾਸਟ ਕਰਦੇ ਹਾਂ ਥਰੂ ਪ੍ਰਾਈਵੇਟ ਚੈਨਲ ਤੇ ਵੀ ਬਾਕੀ ਕੰਪੈਰੀਟਿਵ ਰਿਲੀਜਨਸ ਜਿਹੜੇ ਹੋਰ ਧਰਮ ਆ ਉਹ ਇਸ ਖਿੱਤੇ ਦੇ ਵਿੱਚ ਜਾਂ ਹੋਰ ਖਿੱਤਿਆਂ ਦੇ ਵਿੱਚ ਕੀ ਹੱਲ ਲੱਭਦੇ ਆ। ਇਹ 3 ਐਸਪੈਕਟਸ ਤੇ ਮੈਂ ਗੱਲ ਕਰੂੰਗਾ। ਉਸ ਤੋਂ ਬਾਅਦ ਭਾਜੀ ਪਰਮਜੀਤ ਸਿੰਘ ਇਹਦੇ ਸਿਧਾਂਤਕ ਪੱਖ ਤੇ ਇਹਦਾ ਅੱਗੇ ਜਿਹੜਾ ਸਿੱਖੀ ਰਵਾਇਤ ਦੇ ਹਿਸਾਬ ਨਾਲ ਸਾਨੂੰ ਕਿਸ ਤਰੀਕੇ ਦਾ ਪ੍ਰਸਾਰਣ ਜਾਂ ਪ੍ਰਚਾਰ ਕਰਨਾ ਚਾਹੀਦਾ ਗੁਰਬਾਣੀ ਦਾ,
ਉਹਦੇ ਬਾਰੇ ਆਪਦੇ ਵਿਚਾਰ ਇਸ ਰਿਪੋਰਟ ਦੇ ਵਿੱਚ ਜੋ ਅਸੀਂ ਵਿਚਾਰ ਰੱਖੇ ਆ ਉਹ ਦੇਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਵੀ ਕੁਝ ਅਸੀਂ ਸੋਰਸ ਕੀਤਾ ਹੈ, ਜੋ ਵੀ ਇਸ ਰਿਪੋਰਟ ਦੇ ਵਿੱਚ ਡੇਟਾ ਦਿੱਤਾ ਹੈ ਜਾਂ ਇਨਫੋਰਮੇਸ਼ਨ ਦਿੱਤੀ ਆ, ਉਹਦੇ ਵਿੱਚ ਕੋਈ ਵੀ ਚੀਜ਼ ਹੀਅਰਸੇ ਨਹੀਂ ਗੀ, ਜਿਵੇਂ ਕਿਸੇ ਨੇ ਇਹ ਕਹਿ ਦਿੱਤਾ ਜਾਂ ਐਲੀਗੇਸ਼ਨ ਲਾਤਾ ਜਾਂ ਆ ਵਿਚਾਰ ਦੇਤੇ, ਇਹ ਗੱਲ ਬਿਲਕੁਲ ਨਹੀਂ ਗੀ। ਜ਼ਿਆਦਾਤਰ ਜੋ ਵੀ ਕੁਝ ਇਹਦੇ ਵਿੱਚ ਹੈਗਾ ਉਹਦੇ ਮੋਟੇ ਤੌਰ ਤੇ 3 ਸੋਰਸਸ ਸੀਗੇ। ਪਹਿਲਾ ਸੋਰਸ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਦਾ ਜੋ ਉਹਨਾਂ ਨੇ ਡੇਟਾ ਸ਼ੇਅਰ ਕੀਤਾ ਅਲੱਗ-ਅਲੱਗ ਕੇਸਿਸ ਦੇ ਵਿੱਚ, ਜਾਂ ਜੇ ਕਿਸੇ ਐਕਟਿਵਿਸਟ ਨੇ ਜਿਵੇਂ ਸਰਦਾਰ ਬਲਦੇਵ ਸਿੰਘ ਸਰਸਾ ਨੇ ਬਹੁਤ ਇਹਦੇ ਵਿੱਚ ਮਦਦ ਕੀਤੀ, ਉਹਨਾਂ ਨੇ ਅੱਜ ਜੋ ਆਰਟੀਆਈ ਦੀਆਂ ਰਿਪੋਰਟ ਸੀਗੀਆਂ ਸਾਨੂੰ ਸਾਰੀਆਂ ਓਰੀਜਨਲ ਦੇ ਵਿੱਚ ਦੇਤੀਆਂ, ਤੇ ਇਹ ਅਸੀਂ ਲੈ ਕੇ ਤਕਰੀਬਨ ਇਹਦੇ ਵਿੱਚੋਂ ਅਕਾਊਂਟਿੰਗ ਪ੍ਰੋਸੀਜਰਸ ਦਿੱਤੇ ਆ। ਉਸ ਤੋਂ ਬਾਅਦ ਵੀ ਅਸੀਂ ਵੈਸੇ ਸ਼੍ਰੋਮਣੀ ਕਮੇਟੀ ਤੋਂ ਅਕਾਊਂਟਿੰਗ ਉਹਨਾਂ ਦੇ ਅਕਾਊਂਟਸ ਮੰਗੇ ਸੀ, ਪਰ 2015 ਤੋਂ ਬਾਅਦ ਉਹਨਾਂ ਨੇ ਉਹ ਸਾਂਝੇ ਨਹੀਂ ਕੀਤੇ, ਕੋਈ ਜਵਾਬ ਵੀ ਨਹੀਂ ਆਇਆ, ਤੇ ਈਮੇਲਸ ਵੀ ਕੀਤੀਆਂ ਉਹਨਾਂ ਨੂੰ, ਪਰ ਉਹਨਾਂ ਨੇ ਕੋਈ ਉਹਦਾ ਜਵਾਬ ਨਹੀਂ ਦਿੱਤਾ। ਲਾਸਟਲੀ ਹਤਾਸ਼ ਹੋ ਕੇ ਅਸੀਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਅਖੀਰ ਰਿਪੋਰਟ ਕੋਰੀਅਰ ਕਰਤੀ, ਜਿਹੜੀ ਕਿ ਉਹਨਾਂ ਨੂੰ ਮਿਲ ਵੀ ਚੁੱਕੀ ਹੈਗੀ ਕਾਫੀ ਦਿਨਾਂ ਤੋਂ ਪ੍ਰੈਜ਼ੀਡੈਂਟ। ਇਸ ਤੋਂ ਇਲਾਵਾ ਜਿਹੜਾ ਸੋਰਸ ਲਿਆ ਡਾਕੂਮੈਂਟਸ ਦਾ, ਉਹ ਸਾਰਾ ਹੀ ਪਬਲਿਕਲੀ ਅਵੇਲੇਬਲ ਗਵਰਨਮੈਂਟ ਸੋਰਸਸ ਤੋਂ ਹੈਗਾ। ਜੋ ਵੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੇ ਕੋਈ ਡਾਕੂਮੈਂਟਸ ਹੈਗੇ ਆ, ਜਾਂ ਆਪਣਾ ਜਿਹੜੀ ਤੁਹਾਡੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੇ ਡਾਕੂਮੈਂਟਸ ਆ, ਉਹ ਸਾਰੇ ਉਹਨਾਂ ਦੇ ਰਿਸੋਰਸਿਸ ਤੋਂ ਲਏ ਆ। ਤਕਰੀਬਨ 50-60 ਹਜ਼ਾਰ ਇਹ ਡਾਕੂਮੈਂਟਸ ਜਿਹੜੇ ਪਬਲਿਕਲੀ ਅਵੇਲੇਬਲ ਹੋ ਜਾਂਦੇ ਆ, ਤੁਸੀਂ ਆਰਟੀਆਈ ਰਾਹੀਂ ਜਾਂ ਤੁਸੀਂ ਡਾਇਰੈਕਟਲੀ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹੋ। ਉਹਨਾਂ ਦੇ ਬੁਨਿਆਦ ਤੇ ਹੀ ਰਿਪੋਰਟ ਲਈ ਗਈ ਆ। ਜਿਹੜੀਆਂ ਉਸ ਸਮੇਂ ਦੇ ਵਿੱਚ ਇਨਵੈਸਟੀਗੇਟ ਕਰਦੇ ਲੋਕਾਂ ਨੇ ਕੋਈ ਆਪਦੀਆਂ ਗੱਲਾਂ ਦੱਸੀਆਂ, ਜਾਂ ਕੋਈ ਜਿਨ੍ਹਾਂ ਦਾ ਕੋਈ ਐਵੀਡੈਂਸ ਹੈ ਨਹੀਂ ਸੀ ਸਾਡੇ ਕੋਲ, ਉਹ ਬਿਲਕੁਲ ਇਸ ਰਿਪੋਰਟ ਦੇ ਵਿੱਚ ਇਨਕਲੂਡਡ ਨਹੀਂ ਗਿਆ। ਇਸ ਤੋਂ ਇਲਾਵਾ ਜੇ ਕੁਝ ਕੀਤਾ ਹੈ ਤਾਂ ਉਹ ਆ ਕਿ ਜੋ ਉਹਦੇ ਤੋਂ ਇਨਫਰੈਂਸਿਸ ਆਪਾਂ ਡਰਾ ਕਰ ਸਕਦੇ ਹਾਂ, ਉਹ ਇਨਫਰੈਂਸਿਸ ਉਸ ਡੇਟਾ ਤੋਂ ਡਰਾ ਕੀਤੇ ਹੈਗੇ। ਸੋ ਮੋਟੇ ਤੌਰ ਤੇ ਪਹਿਲਾਂ ਆਪਾਂ ਆਉਂਦੇ ਆ ਕਿ ਪ੍ਰੋਸੀਜਰਲ ਇਸ਼ੂਜ਼ ਕੀ ਰਹੇ। ਗੁਰਬਾਣੀ ਰਿਲੇ ਦਾ ਜਿਹੜਾ ਇਸ਼ੂ ਸੀਗਾ, ਇਹ ਤਕਰੀਬਨ 97-98 ਤੋਂ ਹੀ ਇੰਪੋਰਟੈਂਟ ਹੋ ਗਿਆ। ਗੁਰਬਾਣੀ ਤੇ ਹੁਕਮਨਾਮਾ, ਇਹ ਜਿਹੜੇ ਵੀ ਤੁਸੀਂ ਚੈਨਲਸ ਦੇ ਵਿੱਚ ਕੰਮ ਕਰ ਰਹੇ ਹੋ, ਤੁਸੀਂ ਸਮਝ ਸਕਦੇ ਹੋ ਇਹ ਨਾਨ ਫੰਜੀਬਲ ਤੇ ਓਰੀਜਨਲ ਕੰਟੈਂਟ ਹੈਗਾ। ਇਸ ਕੰਟੈਂਟ ਦੀ ਡਿਮਾਂਡ ਤਕਰੀਬਨ ਮਤਲਬ ਡਿਮਾਂਡ ਕਹਿ ਲਓ, ਜਾਂ ਜਿਹਨੂੰ ਮਾਰਕੀਟ ਦੇ ਹਿਸਾਬ ਨਾਲ ਜਿਵੇਂ ਸੋਚਦੇ, ਜਾਂ ਇਹ ਕਹਿ ਲਓ ਇਹਨੂੰ ਹਰ ਗੁਰੂ ਨਾਨਕ ਨਾਮ ਲੇਵਾ ਸੁਣਨਾ ਚਾਹੁੰਦਾ, ਤੇ ਇਹ ਇੱਕ ਓਰੀਜਨਲ ਇੱਕ ਸਮਝ ਲਓ ਇੱਕ ਚੀਜ਼ ਆ ਜਿਹੜੀ ਇੱਥੇ ਹੀ ਬਣਦੀ ਆ। ਦੂਸਰੀ ਗੱਲ, ਕਿਸੇ ਵੀ ਚੈਨਲ ਵਾਸਤੇ ਇਹ ਹੈ ਕਿ ਇਹਨੂੰ ਤਿਆਰ ਨਹੀਂ ਕਰਨਾ ਪੈਂਦਾ, ਉੱਥੋਂ ਉਹਨੇ ਪਿਕ ਕੀਤਾ ਤੇ ਰਿਲੇ ਕਰਤਾ। ਸੋ ਇਹਦੇ ਤੋਂ ਤੁਸੀਂ ਸਮਝ ਸਕਦੇ ਹੋ ਕਿ ਪੀਟੀ ਕਿਸੇ ਇੱਕ ਨਿੱਜੀ ਚੈਨਲ ਵਾਸਤੇ ਕਿੰਨਾ ਇੰਪੋਰਟੈਂਟ ਹੋ ਸਕਦਾ ਜੇ ਉਹਨੇ ਇੱਕ ਕਿਸੇ ਵੀ ਮਾਰਕੀਟ 'ਚ ਪੈਰ ਲਗਾਉਣੇ ਹੈਗੇ ਆ। ਸੋ ਇਹਦੀ ਇੰਪੋਰਟੈਂਸ ਜਿਹੜੀ ਸੀ ਉਹਨਾਂ ਨਿੱਜੀ ਚੈਨਲਾਂ ਵਾਲਿਆਂ ਨੂੰ ਜਾਂ ਉਹਨਾਂ ਫਲਾਈ ਬਾਈ ਨਾਈਟ ਆਪਰੇਟਰਸ ਨੂੰ ਪਤਾ ਸੀ, ਤੇ ਇਹਦੇ ਵਾਸਤੇ ਬਹੁਤ ਪਹਿਲਾਂ ਤੋਂ ਹੀ ਭੱਜ ਦੌੜ ਹੋਣੀ ਸ਼ੁਰੂ ਹੋ ਗਈ ਸੀ ਕਿ ਵੀ ਅਸੀਂ ਕਰ ਲਈਏ। ਉਹਦੇ ਵਿੱਚ ਨਿੱਕੇ ਨਿੱਕੇ ਆਪਰੇਟਰਸ ਬਹੁਤ ਪਏ, ਕਿਸੇ ਨੇ ਕਦੀ ਸ਼ੁਰੂ ਕੀਤਾ, ਕਦੀ ਉਹ ਡਿੱਗ ਗਿਆ। ਉਹ ਵੇਰਵਾ ਸਾਰਾ ਰਿਪੋਰਟ ਦੇ ਵਿੱਚ ਤੁਸੀਂ ਉਹ ਪੜ੍ਹ ਸਕੋਗੇ। ਉਸ ਤੋਂ ਬਾਅਦ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਈ, ਜਿਸ 5 ਮੈਂਬਰੀ ਕਮੇਟੀ ਸੀ, ਉਹਦੇ ਕਾਗਜ਼ਾਤ ਵੀ ਨਾਲ ਲਗਾਏ ਹੋਏ ਆ। ਉਹ ਕਮੇਟੀ ਨੇ ਕੁਝ 5-7 ਵਾਰੀ ਮੀਟਿੰਗ ਕਰਕੇ ਇੱਕ ਨਤੀਜੇ ਤੇ ਪਹੁੰਚੀ ਕਿ ਅਸੀਂ ਇਹ ਕੰਟਰੈਕਟ ਇਹਨਾਂ ਸ਼ਰਤਾਂ ਤੇ ਦੇਣਾ ਹੈ, ਫਾਈਨੈਂਸ਼ੀਅਲ ਸ਼ਰਤਾਂ ਆ ਹੋਣਗੀਆਂ, ਫਲਾਨੀਆਂ ਆ ਹੋਣਗੀਆਂ। ਇਹ 14 ਸਤੰਬਰ ਸਨ 2000 ਨੂੰ ਇਹ ਡਿਸਾਈਡ ਹੋਇਆ ਸੀ। ਉਹ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ, ਉਹਦੇ ਵਿੱਚ ਡਿਸਾਈਡ ਹੋਇਆ। ਅਗਲੇ ਦਿਨ ਈਟੀਸੀ ਨਾਲ ਕੰਟਰੈਕਟ ਸਾਈਨ ਹੋਇਆ। ਉਹ ਕਮੇਟੀ ਦੀਆਂ ਜਿਹੜੀਆਂ ਵੀ ਸਿਫਾਰਿਸ਼ਾਂ ਸੀ, ਕੋਈ ਵੀ ਲੈਟਰ ਤੇ ਸਪਿਰਿਟ 'ਚ ਲਾਗੂ ਨਹੀਂ ਹੋਈ। ਫਾਈਨੈਂਸ਼ੀਅਲੀ ਤਾਂ ਬਹੁਤ ਹੀ ਉਹਦੇ ਵਿੱਚ ਤਕਰੀਬਨ 50-60 ਲੱਖ ਦਾ ਹੇਰ ਫੇਰ ਹੋਇਆ, ਤੇ ਈਟੀਸੀ ਨੂੰ ਉਹ ਕੰਟਰੈਕਟ ਚਲਾ ਗਿਆ। ਈਟੀਸੀ ਤੋਂ ਬਾਅਦ ਨਾਲ ਹੀ 2003 ਦੇ ਵਿੱਚ ਇੱਕ ਇਹ ਆਪਣਾ ਕਿਹਾ ਗਿਆ ਐਸਜੀਪੀਸੀ ਵੱਲੋਂ ਕਿ ਵੀ ਅਸੀਂ ਆਪ ਦਾ ਚੈਨਲ ਬਣਾਵਾਂਗੇ, ਨਿੱਜੀ ਚੈਨਲ, ਜਿਵੇਂ ਹੁਣ ਗੱਲਾਂ ਹੋ ਰਹੀਆਂ ਨਿੱਜੀ ਚੈਨਲ ਦੀਆਂ। ਉਦੋਂ ਵੀ 2003 ਚ ਵੀ ਇਹ ਗੱਲਾਂ ਸ਼ੁਰੂ ਹੋਈਆਂ। 2003 ਦੇ ਵਿੱਚ ਹੀ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਕੌਣ ਬੰਦੇ ਸ਼ਾਮਲ ਸੀ, ਕੌਣ ਨਹੀਂ ਸ਼ਾਮਲ ਸੀ, ਇਹਦਾ ਕੋਈ ਵੇਰਵਾ ਹੈ ਨਹੀਂ, ਬਟ ਉਹਨਾਂ ਦਾ ਆਪਦੇ ਇੱਕ ਸਾਈਟ ਤੇ ਇਹ ਅਵੇਲੇਬਲ ਹੈ ਡਾਕੂਮੈਂਟ, ਉਹ ਵੀ ਲਗਾਇਆ ਗਿਆ ਰਿਪੋਰਟ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਵੀ ਨਿੱਜੀ ਚੈਨਲ ਬਣਾਉਣਾ ਇੱਕ ਬਹੁਤ ਵੱਡਾ ਕੰਮ ਆ। ਉਹ ਬਹੁਤ ਵੱਡੇ ਨੂੰ ਵੀ ਕੋਈ ਕੁਆਂਟੀਫਾਈ ਨਹੀਂ ਕੀਤਾ, ਕੁਝ ਨਹੀਂ ਕਿਹਾ, ਤੇ ਵੀ ਅਸੀਂ ਨਹੀਂ ਇਹ ਕੰਮ ਕਰ ਸਕਦੇ, ਆਪਾਂ ਇਹ ਕਿਸੇ ਨੂੰ ਅੱਗੇ ਸੋਰਸ ਕਰ ਦੋ। 2003 ਦੇ ਵਿੱਚ ਹੀ ਹੁਣ ਮੈਂ ਥੋੜਾ ਜਿਹਾ ਕੰਪੈਰੀਟਿਵ ਵੱਲ ਆਉਣਾ, ਉਹਨਾਂ ਦਿਨਾਂ ਦੇ ਵਿੱਚ ਹੀ ਤ੍ਰਿਪੁਤੀ ਬਾਲਾ ਜੀ ਵਾਲਿਆਂ ਨੇ ਵੀ ਇਹੀ ਡਿਸੀਜਨ ਲਿਆ ਸੀ ਕਿ ਉਹਨਾਂ ਨੇ 2007 ਦੇ ਵਿੱਚ ਸਿਰਫ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ 1.5 ਲੱਖ ਉਹਨਾਂ ਦਾ ਪਹਿਲਾਂ ਇਨੀਸ਼ੀਅਲ ਕੈਪੀਟਲ ਸੀ, ਪਰ ਅਪਲਿੰਕਿੰਗ ਕਾਸਟ, ਡਾਊਨਲਿੰਕਿੰਗ ਕਾਸਟ ਤਕਰੀਬਨ 1.5 ਕਰੋੜ ਦੇ ਨਾਲ ਉਹਨਾਂ ਦੀ ਬੈਲੈਂਸ ਸ਼ੀਟ ਨਾਲ ਲਗਾਈ ਆ। ਉਹਨਾਂ ਨੇ ਇਹ ਰਿਲੀਜ਼ ਆਪਦਾ ਇਹ ਸ਼ੁਰੂ ਕਰ ਦਿੱਤਾ ਚੈਨਲ, ਜੋ ਅੱਜ 24 ਆਰ ਚੈਨਲ ਆ ਤੇ 72 ਦੇਸ਼ਾਂ 'ਚ ਵਿਖਾਇਆ ਜਾ ਰਿਹਾ।
ਇਹ ਇਸੇ ਸਮੇਂ ਦੇ ਦੌਰਾਨ 2007 ਦੇ ਵਿੱਚ ਤਕਰੀਬਨ ਅਕਾਲੀ ਸਰਕਾਰ ਜਦੋਂ ਦੁਬਾਰਾ ਆਈ ਆ, ਉਹਨਾਂ ਤੋਂ ਕੁਝ ਚਿਰ ਪਹਿਲਾਂ ਇੱਕ ਕੰਪਨੀ ਫਲੋਟ ਕੀਤੀ ਗਈ ਜਿਹਨੂੰ ਜੀ ਨੈਕਸਟ ਕਹਿੰਦੇ ਆ। ਉਸ ਕੰਪਨੀ ਦੇ ਵਿੱਚ ਜਦੋਂ ਉਹਨੂੰ ਅੱਗੇ ਫਰੋਲ ਕੇ ਵੇਖਦੇ ਆ, ਉਹਦੀ ਸ਼ੇਅਰ ਲਿਸਟਿੰਗ, ਉਹ ਕਿੱਥੋਂ ਕਿੱਥੋਂ ਕੌਣ ਕਿਹਦਾ ਕਿਹੜੀ ਪਾਰਟੀਆਂ ਉਹਦੀਆਂ ਸ਼ੇਅਰ ਹੋਲਡਰਸ ਆ, ਉਹ ਵੀ ਨਾਲ ਲਗਾਈ ਹੋਈ ਆ। ਉਹਦੇ ਜਿਹੜੇ ਸ਼ੇਅਰ ਹੋਲਡਰ ਸੀਗੇ ਉਹ ਗੁਰਬਾਜ਼ ਆਟੋ ਤੇ ਆਪਣਾ ਫਿਰ ਡੱਬ ਵਾਲੀ ਟਰਾਂਸਪੋਰਟ, ਆਰਬਿਟ ਰਿਜ਼ੋਰਟਸ, ਇਹ ਆ। ਪਰ ਅਲਟੀਮੇਟਲੀ ਫਾਈਨਲ ਜਿਹੜੀ ਸ਼ੇਅਰ ਹੋਲਡਿੰਗ ਆ ਜੋ ਜਾਂਦੀ ਆ, ਉਹ ਬਾਦਲ ਫੈਮਿਲੀ ਦੀ ਲਾਰਜੈਸਟ ਹੈਗੀ ਆ। ਉਹਦੇ ਵਿੱਚ ਜ਼ਿਆਦਾ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੈਗੇ ਆ, ਉਹਨਾਂ ਦੇ ਮਿਸਿਸ ਹੈਗੇ ਆ, ਤੇ ਆਪਣਾ ਇੱਕ ਉਹਨਾਂ ਦੀ ਫੈਲਕਨ ਪ੍ਰੋਫਿਟ ਆ ਤੁਹਾਨੂੰ ਮਿਲ ਜਾਏਗਾ। ਇਹਦੇ ਵਿੱਚ ਸਾਰਾ ਚੈਨਲ ਦਿੱਤਾ ਹੋਇਆ, ਚਾਰਟਸ ਦੇ ਵਿੱਚ ਦਿੱਤਾ ਹੈ। ਤੇ ਜਿਹੜੇ ਇੰਪਲੋਈਜ਼ ਇਹਦੇ ਵਿੱਚ ਰੱਖੇ ਗਏ, ਜਿਹੜੇ ਮੁਲਾਜ਼ਮ ਇਹਦੇ ਵਿੱਚ ਰੱਖੇ ਗਏ, ਇਹ ਉਹੀ ਸੀ ਜਿਨ੍ਹਾਂ ਨੇ ਪਹਿਲਾਂ ਭੱਜ-ਨੱਸ ਕੀਤੀ ਸੀ ਪੰਜਾਬ ਟੁਡੇ ਚ। ਉਹੀ ਇੰਪਲੋਈ ਈਟੀਸੀ ਸੀ, ਉਹੀ ਇੰਪਲੋਈ ਜਾਂ ਡਾਇਰੈਕਟਰ, ਦੋ ਜਿਹੜੇ ਮੇਨ ਹੈਗੇ ਆ, ਰਵਿੰਦਰ ਨਾਰਾਇਣਨ ਤੇ ਇੱਕ ਹੋਰ ਆ, ਉਹੀ ਡਾਇਰੈਕਟਰ ਈਟੀਸੀ ਸੀ। ਸਭ ਤੋਂ ਵੱਧ ਤਾਂ ਨਾਨ ਐਥੀਕਲ, ਜੇ ਤੁਸੀਂ ਕਾਰਪੋਰੇਟ ਚ ਕੰਮ ਕਰਦੇ ਹੋ, ਮੈਂ ਵੀ ਕੀਤਾ, ਇੱਕੋ ਟਾਈਮ ਤੇ ਦੋ ਜਗ੍ਹਾ ਕੰਮ ਕਰ ਰਹੇ ਸੀ। ਸਡਨਲੀ ਇਹ ਈਟੀਸੀ ਨੂੰ ਕਿਹਾ ਗਿਆ ਕਿ ਵੀ ਇਹ ਜਿਹੜਾ ਕੰਟਰੈਕਟ ਹੈ ਜੀ ਨੈਕਸਟ ਨੂੰ ਟ੍ਰਾਂਸਫਰ ਕਰ ਦਿਓ, ਜਿਹਨੇ ਆਪਦੇ ਬ੍ਰਾਂਡ ਨੇਮ ਪੀਟੀਸੀ ਤੇ ਉਹਨੂੰ ਰਿਲੇ ਕਰਨਾ ਸ਼ੁਰੂ ਕੀਤਾ। ਇਹ ਜਿਹੜਾ ਡਿਸੀਜਨ ਹੈਗਾ, ਈਟੀਸੀ ਇੱਕ ਦਿਨ ਲੈਟਰ ਲਿਖਦੀ ਆ, 48 ਘੰਟਿਆਂ ਦੇ ਵਿੱਚ ਹੀ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਐਸਜੀਪੀਸੀ ਦੇ ਉਸ ਸਮੇਂ ਦੇ, ਉਹ ਇਹ ਡਿਸੀਜਨ ਲੈਂਦੇ ਆ ਕਿ ਹਾਂਜੀ ਇਹ ਕੰਟਰੈਕਟ ਟ੍ਰਾਂਸਫਰ ਹੋਣਾ ਚਾਹੀਦਾ। ਹਾਲਾਂਕਿ ਜਿਹੜਾ ਪਹਿਲਾ ਐਗਰੀਮੈਂਟ ਸੀ ਉਹਦੇ ਵਿੱਚ ਐਸਾ ਕੋਈ ਮੱਦ ਨਹੀਂ ਸੀ। ਇਸ ਤੋਂ ਇਲਾਵਾ ਪਹਿਲਾਂ ਹੀ ਈਟੀਸੀ ਨਾਲ ਝਗੜਾ ਚੱਲ ਰਿਹਾ ਸੀ, ਕਿਉਂਕਿ ਉਹਨਾਂ ਨੇ ਐਡਵਰਟਾਈਜ਼ਮੈਂਟ ਦੀ ਜਿਹੜੀ ਪ੍ਰੋਮਿਸ ਕੀਤੀ ਸੀ ਉਹ ਪੈਸੇ ਨਹੀਂ ਜਮ੍ਹਾਂ ਕਰਾਏ ਸੀ। ਉਹਨਾਂ ਨੇ ਪ੍ਰੋਮਿਸਿਸ ਹੋਰ ਕੀਤੇ ਸੀਗੇ ਕਿ ਅਸੀਂ ਇੰਨਾ ਰੈਵਨਿਊ ਦੇਵਾਂਗੇ, ਉਹਦਾ ਲੜਾਈ ਝਗੜਾ ਚੱਲ ਰਿਹਾ ਸੀ, ਪੈਸੇ ਦਾ ਝਗੜਾ ਚੱਲ ਰਿਹਾ ਸੀ। ਇਹ ਪਰ ਕੰਟਰੈਕਟ ਜੀ ਨੈਕਸਟ ਨੂੰ ਟ੍ਰਾਂਸਫਰ ਹੋ ਜਾਂਦਾ ਵਿਦਆਊਟ ਐਨੀ ਸਕਰੂਟਨੀ, ਵਿਦਆਊਟ ਐਨੀ ਪ੍ਰੋਸੀਜਰਲ ਫਲੋ। ਇੱਥੋਂ ਤੱਕ ਤੁਸੀਂ ਵੇਖੋਗੇ ਕਿ ਜੇ ਸ਼੍ਰੋਮਣੀ ਕਮੇਟੀ 1 ਮੀਟਰ ਕੱਪੜਾ ਵੀ ਖਰੀਦਣਾ ਹੈ ਤਾਂ ਉਹਦਾ ਵੀ ਵਿਧੀ ਵਿਧਾਨ ਬਣਿਆ ਹੋਇਆ ਕਿ 3 ਸਾਲ ਦੀ ਇਨਕਮ ਟੈਕਸ ਰਿਟਰਨ ਹੋਣੀ ਚਾਹੀਦੀ ਆ, ਉਹ ਪਾਰਟੀ ਪਹਿਲਾਂ ਕਰਦੀ ਹੋਣੀ ਚਾਹੀਦੀ ਆ, ਉਹ ਪਟੀਸ਼ਨਾਂ ਆਉਣੀਆਂ ਚਾਹੀਦੀਆਂ 3 ਪਾਰਟੀਆਂ ਦੀਆਂ। ਐਸਾ ਕੁਝ ਫੋਲੋ ਨਹੀਂ ਕੀਤਾ ਗਿਆ, ਸਿੱਧਾ ਉਹ ਕੰਟਰੈਕਟ ਟ੍ਰਾਂਸਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਹ ਹੈ ਕਿ ਉਸ ਸਮੇਂ ਡਾਕੂਮੈਂਟਸ ਨਾਲ ਲੱਗੇ ਹੋਏ, ਉਸ ਸਮੇਂ ਜੀ ਨੈਕਸਟ ਕੋਲੇ ਅਪਲਿੰਕਿੰਗ ਦਾ ਤੇ ਡਾਊਨ ਲਿੰਕਿੰਗ ਦਾ ਲਾਇਸੈਂਸ ਹੀ ਹੈ ਨਹੀਂ ਸੀ। ਮਤਲਬ ਬ੍ਰੌਡਕਾਸਟ ਹੀ ਨਹੀਂ ਕਰ ਸਕਦੇ ਸੀ। ਕਿ ਇਹ ਉਹ ਗੱਲ ਆ ਕਿ ਆਪਾਂ ਬੱਸ ਦਾ ਰੂਟ ਜਾਂ ਬੱਸ ਦਾ ਪਰਮਿਟ ਦੇ ਦਈਏ ਤੇ ਹਲੇ ਨਾ ਬੰਦੇ ਕੋਲ ਡਰਾਈਵਿੰਗ ਲਾਇਸੈਂਸ ਹੋਵੇ, ਨਾ ਉਹਦੇ ਕੋਲ ਬੱਸ ਖਰੀਦਣ ਨੂੰ ਪੈਸੇ ਹੋਣ, ਤੇ ਉਹ ਮਤਲਬ ਉਹਨੂੰ ਕੰਟਰੈਕਟ ਦੇ ਦਿੱਤਾ ਗਿਆ। ਤੇ ਉਹਨਾਂ ਨੇ ਉਹ ਕੰਟਰੈਕਟ ਲੈ ਕੇ ਤੇ ਸਡਨਲੀ ਤੁਸੀਂ ਵੇਖੋਗੇ ਕਿ ਵੀ ਜੀ ਨੈਕਸਟ ਦੇ ਅਗਲੇ ਸਾਲ ਦਾ ਜਿਹੜਾ ਰੈਵਨਿਊ ਇੱਕਦਮ ਜੰਪ ਕਰਦਾ, ਤੇ 1 ਸਾਲ ਫਿਰ ਈਟੀਸੀ ਤੇ ਪੀਟੀਸੀ ਦੋਨੇ ਹੀ ਰਿਲੇ ਕਰਦੇ ਰਹੇ। ਉਹ 1 ਸਾਲ ਦਾ ਰਿਲੇ ਦਾ ਕੋਈ ਪੈਸਾ ਵੀ ਨਾ ਈਟੀਸੀ ਨੇ ਆਪਣਾ ਜਮ੍ਹਾਂ ਕਰਾਇਆ ਅੱਜ ਤੱਕ ਐਸਜੀਪੀਸੀ ਨੂੰ, ਨਾ ਪੀਟੀਸੀ ਨੇ ਜਮ੍ਹਾਂ ਕਰਾਇਆ, ਜਾਂ ਪੀਟੀਸੀ ਕਹਿ ਲਓ ਜਾਂ ਜੀ ਨੈਕਸਟ ਟੂ ਬੀ ਪ੍ਰੀਸਾਈਜ਼, ਉਹਨੇ ਜਮ੍ਹਾਂ ਕਰਾਇਆ। ਸੋ ਉਹ ਰੈਵਨਿਊ ਖਾ ਗਏ ਤੇ ਉਹ ਰੈਵਨਿਊ ਦਾ ਡਿਸਪਿਊਟ ਚੱਲਦਾ ਰਿਹਾ। ਐਡਵਰਟਾਈਜ਼ਿੰਗ ਦਾ ਰੈਵਨਿਊ ਵੀ ਨਹੀਂ ਗਏ। ਤੇ ਇਹਦਾ ਕੋਰਟ 'ਚ ਜਦੋਂ ਇੱਕ ਮੁੱਦਾ ਆਇਆ ਤਾਂ ਉਸ ਟਾਈਮ ਜਦੋਂ ਕਿ ਸ਼੍ਰੋਮਣੀ ਕਮੇਟੀ ਤਾਂ ਫੋਲੋ ਕਰ ਰਹੀ ਸੀ ਉਸ ਮੁੱਦੇ ਨੂੰ, ਬਟ ਉਹਨਾਂ ਦੇ ਜਿਹੜੇ ਆਪਦੇ ਕਰਿੰਦੇ ਸੀ ਉਹ ਕੋਰਟ ਦੇ ਵਿੱਚ ਇਹ ਬਿਆਨ ਦੇ ਰਹੇ ਸੀ ਕਿ ਸਾਨੂੰ ਸਭ ਕੁਝ ਮਿਲ ਰਿਹਾ ਜੀ। ਮਤਲਬ ਇੱਕ ਤਰ੍ਹਾਂ ਆਪਦੇ ਪੈਸੇ ਨੂੰ ਹੀ ਨਕਾਰਿਆ ਜਾ ਰਿਹਾ ਸੀ। ਉਹ ਤੋਂ ਬਾਅਦ ਇਹ ਫੇਰ ਅਗਲਾ ਜਦੋਂ ਕੰਟਰੈਕਟ ਰਿਨਿਊ ਹੋਇਆ ਤਾਂ ਇਲੈਕਸ਼ਨਸ ਅਗਲੇ ਆ ਗਏ। ਇਹ 1 ਸਾਲ ਸਵਾ ਸਾਲ ਫੇਰ ਇਹ ਕੰਟਰੈਕਟ ਰਿਨਿਊ ਨਹੀਂ ਹੋਇਆ। ਉਹਨਾਂ ਦਿਨਾਂ ਦੇ ਪੈਸੇ ਵੀ ਪੀਟੀਸੀ ਨੇ ਅੱਜ ਤੱਕ ਜੀ ਨੈਕਸਟ ਨੇ ਨਹੀਂ ਦਿੱਤੇ, ਹਾਲਾਂਕਿ ਉਹ ਰਿਲੇ ਇੰਜੋਏ ਕਰਦੇ ਨੇ। ਤੇ ਅਗਲਾ ਕੰਟਰੈਕਟ ਅਮਾਉਂਟ ਲਗਾਈ ਹੋਈ ਹੈ ਚਾਰਟਸ ਦੇ ਵਿੱਚ, ਐਗਜ਼ੈਕਟ ਹੈਗੀ ਹੈ ਕਿ ਨੋਮੀਨਲ ਲਾਸ ਕਿੰਨਾ ਹੋਇਆ, ਫਿਗਰੇਟਿਵ ਲਾਸ ਕਿੰਨਾ ਹੋਇਆ, ਸਾਰੇ ਫਿਗਰਸ ਹੈਗੇ ਤੁਹਾਨੂੰ ਰਿਪੋਰਟ 'ਚ ਮਿਲ ਜਾਣ। ਠੀਕ ਹੈ ਜੀ, ਇਹ ਕਰੋੜਾਂ 'ਚ ਰਨ ਕਰਦਾ ਲਾਸ, ਹਿਊਜ ਅਮਾਉਂਟਸ ਦੇ ਵਿੱਚ। ਇਹ ਸਾਰੀ ਫਾਈਨੈਂਸ਼ੀਅਲ ਬੰਗਲਿੰਗ ਹੁੰਦੀ ਰਹੀ ਜੀ। 2015 ਤੋਂ ਬਾਅਦ ਅਸੀਂ ਬਹੁਤ ਵਾਰੀ ਡੇਟਾ ਮੰਗ ਲਿਆ, 2015 ਤੋਂ ਬਾਅਦ ਦਾ ਡੇਟਾ ਹੈ ਨਹੀਂਗਾ। ਕਈ ਪੇਮੈਂਟਸ ਤਾਂ ਜਾਣ ਕੇ ਵੀ ਰੋਕੀਆਂ ਗਈਆਂ ਜਿਹੜੀਆਂ ਨਹੀਂ ਦਿੱਤੀਆਂ, ਤੇ ਉਹ ਜਿਹੜੀਆਂ ਨਹੀਂ ਦਿੱਤੀਆਂ ਪੇਮੈਂਟਸ ਆ ਉਹ ਵੇਖ ਲਓ ਉਸ ਸਮੇਂ ਪੀਟੀਸੀ ਕੋਲੇ ਆਪਦੇ ਕੋਲੇ ਕੈਸ਼ ਇਨ ਹੈਂਡ 14 ਤੋਂ 15 ਕਰੋੜ ਹੈਗਾ, ਉਹ ਵੀ ਲਗਾਇਆ ਗਿਆ, ਬਟ ਉਹਨਾਂ ਨੇ ਗੁਰੂ ਘਰ ਦੀ ਪੇਮੈਂਟ ਨਹੀਂ ਦਿੱਤੀ। ਆਪਦੇ ਡਾਇਰੈਕਟਰਾਂ ਨੂੰ 2-2 ਕਰੋੜ ਰੁਪਏ ਸੈਲਰੀ ਦਿੰਦੇ ਰਹੇ, ਪਰ ਇਹ 50-60 ਲੱਖ 70 ਲੱਖ ਉਹ ਆਮ ਹੀ ਰੋਕਦੇ ਰਹੇ। ਸੋ ਇਹ ਹੁੰਦਾ ਰਿਹਾ। ਇਸ ਤੋਂ ਇਲਾਵਾ ਜਿਹੜੇ ਅਕਾਊਂਟਸ ਵੀ ਹੈਗੇ ਐਸਜੀਪੀਸੀ ਦੇ, ਉਹ ਵੀ ਕੋਈ ਜ਼ਰੂਰੀ ਨਹੀਂ ਕਿ ਉਹ ਸਹੀ ਹੋਣ, ਉਹ ਵੀ ਉਹਨਾਂ ਦੇ ਵਿੱਚ ਵੀ ਬਹੁਤ ਉਤਾਈਆਂ ਤੇ ਉਹਨਾਂ 'ਚ ਕਮੀਆਂ। ਤੇ ਆ ਮੈਂ ਇੱਕ ਉਹਨਾਂ ਦਾ ਆਪਦਾ ਹੀ ਆਰਟੀਆਈ ਦੇ ਥਰੂ ਲਿਆਂਦਾ ਵੇ ਡਾਕੂਮੈਂਟ ਆ। ਇਹਦੇ ਵਿੱਚ ਕੀ ਆ ਕਿ ਪੇਮੈਂਟ ਦੀ ਜਿਹੜੀ ਐਂਟਰੀ ਆ ਪ੍ਰਾਪਤ ਕੀਤੀ ਜਿਹੜੀ ਹੈਗੀ ਆ, ਇਹ ਚੈੱਕ ਪ੍ਰਾਪਤ ਕਰਦੇ ਆ 27/10/2014 ਨੂੰ। ਠੀਕ ਹੈ, ਪਰ ਉਹਨਾਂ ਦੇ ਅਕਾਊਂਟ ਦੇ ਵਿੱਚ 16/4/14 ਨੂੰ ਪਹਿਲਾਂ ਹੀ ਪੇਮੈਂਟ ਟ੍ਰਾਂਸਫਰ ਕਰ ਦਿੰਦੇ ਆ ਕਿ ਹਾਂਜੀ, ਮਤਲਬ 6 ਮਹੀਨੇ ਪਹਿਲਾਂ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਸਾਨੂੰ ਚੈੱਕ ਆ ਜਾਊਗਾ, ਮਤਲਬ ਪੇਮੈਂਟ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਖਾਤੇ 'ਚ। ਸੋ
ਇਹਨਾਂ ਨੂੰ ਫਰਦਰ ਜੇ ਕੋਈ ਬੰਦਾ ਹੋਰ ਇਨਵੈਸਟੀਗੇਟ ਕਰੂਗਾ ਜਾਂ ਉਹ ਹੱਕ ਦੇਣਗੇ ਤੁਹਾਨੂੰ ਇਨਵੈਸਟੀਗੇਟ ਕਰਨ ਦੇ, ਤਾਂ ਇਹ ਵੀ ਵੇਖਣ ਵਾਲਾ ਵੀ ਉਹ ਚੈੱਕ ਐਕਚੁਅਲੀ ਕੈਸ਼ ਹੋਏ ਆ, ਪੇਮੈਂਟਸ ਆਈਆਂ ਵੀ ਆ ਕਿ ਨਹੀਂ ਆਈਆਂ। ਕੋਈ ਇਹਦੇ ਵਿੱਚ ਆਡਿਟ ਦੀ ਉਹ ਰਿਪਲਾਈ ਨਹੀਂ ਦਿੰਦੇ, ਅਸੀਂ ਕੋਸ਼ਿਸ਼ ਕਰਕੇ ਵੇਖ ਲਈ ਆ, ਕਿਸੇ ਨੂੰ ਉਹ ਆਨਸਰ ਨਹੀਂ। ਇਹ ਪ੍ਰੋਸੀਜਰਲ ਤੇ ਫਾਈਨੈਂਸ਼ੀਅਲ ਲੈਪਸਸ ਸੀਗੇ। ਇਸ ਤੋਂ ਇਲਾਵਾ ਜੇ ਹੁਣ ਅਸੀਂ ਹੋਰ ਵੀ ਲੈਪਸਸ ਹੈਗੇ ਆ, ਮੈਂ ਅਣਗਿਣਤ ਬੋਲਦਾ ਜਾਊਂਗਾ ਤਾਂ ਬਹੁਤ ਲੰਬਾ ਬਣ ਜੂ। ਬਹੁਤ ਲੈਪਸਸ ਹੈਗੇ ਆ, ਬਹੁਤ ਪ੍ਰੋਸੀਜਰਲ ਲੈਪਸਸ ਆ, ਬਹੁਤ ਫਾਈਨੈਂਸ਼ੀਅਲ ਕਪਲੇ ਆ ਇਹਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਹੀ ਦੋ ਹੋਰ ਸੰਸਥਾਵਾਂ ਜਿਹੜੀਆਂ, ਇੱਕ ਹਿੰਦੂ ਸੰਸਥਾ, ਦੋ ਹਿੰਦੂ ਸੰਸਥਾਵਾਂ ਜਿਨ੍ਹਾਂ ਨੇ ਆਪ ਦਾ ਇਸੇ ਤਰੀਕੇ ਦੇ ਰਿਲੇਜ਼ ਸ਼ੁਰੂ ਕੀਤੇ। ਇੱਕ ਆ ਮਾਤਾ ਵੈਸ਼ਨੋ ਦੇਵੀ ਟਰਸਟ, ਉਹਨਾਂ ਦਾ ਟੈਂਡਰ ਡਾਕੂਮੈਂਟ ਨਾਲ ਲਗਾਇਆ, ਉਹ ਸਿਰਫ 2 ਘੰਟਿਆਂ ਦਾ ਰਿਲੇ ਦਿੰਦੇ ਆ, ਅਲਾਉ ਕਰਦੇ ਆ। 2 ਘੰਟਿਆਂ ਦੇ ਰਿਲੇ ਵਾਸਤੇ ਉਹ ਤਕਰੀਬਨ 2015-16 ਦੇ ਵਿੱਚ ਵੀ 2 ਕਰੋੜ ਰੁਪਇਆ ਲੈਂਦੇ ਸੀ, 1 ਕਰੋੜ 80 ਲੱਖ ਮਿਨੀਮਮ ਕਾਸਟ ਸੀ। ਉਸ ਤੋਂ ਬਾਅਦ ਤੁਸੀਂ ਬਿਡ ਕਰਨਾ। ਇਸ ਤੋਂ ਇਲਾਵਾ ਸਾਰੇ ਇਕਵਿਪਮੈਂਟ, ਸਾਰੀਆਂ ਪਰਮਿਸ਼ਨਸ, ਸਾਰਾ ਕੁਝ ਹੋਣਾ ਚਾਹੀਦਾ ਹੈ। ਨਾਟ ਓਨਲੀ ਦੈਟ, ਜਿਹੜਾ ਸ਼੍ਰੋਮਣੀ ਕਮੇਟੀ ਜੀਨੈਕਸਟ ਦਾ ਐਗਰੀਮੈਂਟ ਆ, ਉਹਦੇ ਵਿੱਚ ਕੀ ਆ, ਜਿਹੜਾ ਉਹ ਉੱਥੇ ਰਿਕਾਰਡਿੰਗ ਹੁੰਦੀ ਆ, ਜੋ ਵੀ ਕੁਝ ਹੁੰਦਾ ਹੈ ਉਹ ਜੀਨੈਕਸਟ ਦੀ ਪ੍ਰਾਪਰਟੀ ਬਣ ਜਾਂਦੀ ਆ। ਉਹਦਾ ਕੇਸ ਵੀ ਡਿਸਪਿਊਟ ਵੀ ਹੁੰਦਾ ਰਿਹਾ, ਪਰ ਉਹਨਾਂ ਨੇ ਕਦੀ ਇਹਨਾਂ ਨੂੰ ਦਿੱਤਾ ਨਹੀਂ, ਠੀਕ ਆ, ਅਲਾਉਡ ਨਹੀਂ। ਵੇਅਰ ਐਜ਼ ਇਨ ਕੇਸ ਆਫ ਵੈਸ਼ਨੋ ਦੇਵੀ ਟਰਸਟ, ਉਹਦੀ ਤੁਸੀਂ ਬੜੀਆਂ ਐਲੈਬੋਰੇਟ ਹੋਰ ਨਿੱਕੀਆਂ ਬਹੁਤ ਸੋਹਣੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈਗਾ, ਡਾਕੂਮੈਂਟ ਨਾਲ ਅਟੈਚਡ ਆ, ਕਿ ਅਸੀਂ ਉਹਦੇ ਤੋਂ ਵੀ ਪਿੱਛੇ ਪੈ ਗਏ। ਤੁਸੀਂ ਸੋਚੋ, ਅਸੀਂ 24 ਘੰਟੇ ਦਾ ਰਿਲੇ ਵਿਦ ਆਲ ਰਾਈਟਸ ਵਿਦ ਐਵਰੀਥਿੰਗ ਅਸੀਂ ਇੰਨਾ ਸਸਤਾ ਦੇਤਾ, ਤੇ ਉਹਨਾਂ ਨੇ ਸਿਰਫ 2 ਘੰਟੇ ਦਾ ਰਾਈਟ, ਮਚ ਸਮਾਲਰ ਆਡੀਅנס ਕਿੱਥੇ ਗਿਆ। ਸੋ ਇਹ ਕਿਸੇ ਨਾ ਕਿਸੇ ਨੂੰ ਤਾਂ ਬੈਨੀਫਿਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਤਿਰੂਪਤੀ ਬਾਲਾਜੀ ਦਾ ਮੈਂ ਐਗਜ਼ਾਮਪਲ ਦਿੱਤਾ, ਤਿਰੂਪਤੀ ਬਾਲਾਜੀ ਦੀਆਂ ਵੀ ਸਟੇਟਮੈਂਟਸ ਨਾਲ ਲੱਗੀਆਂ। ਉਹਨਾਂ ਨੇ 2007 ਚ ਚੈਨਲ ਚਲਾਇਆ, ਅੱਜ ਉਹ 72 ਕੰਟਰੀਜ਼ 24 ਘੰਟੇ ਚੈਨਲ ਚੱਲਦਾ ਹੈ। ਉਹਨਾਂ ਦੇ ਜਿਹੜੇ ਡਾਇਰੈਕਟਰਸ ਆ ਜਾਂ ਉਹਨਾਂ ਦੇ ਜਿਹੜੇ ਬੰਦੇ ਉਸ ਟੀਵੀ ਚੈਨਲ ਨੂੰ ਚਲਾਉਂਦੇ ਆ, ਉਹਨਾਂ ਦਾ ਕਿਸੇ ਦਾ ਨਾ ਤਾਂ ਕੋਈ ਬਿਜ਼ਨਸ ਇੰਟਰਸਟ ਹੋਣਾ ਚਾਹੀਦਾ, ਨਾ ਕੋਈ ਪੋਲੀਟੀਕਲ ਇੰਟਰਸਟ ਹੋਣਾ ਚਾਹੀਦਾ ਉਸ ਸੰਸਥਾ ਦੇ ਆਸ-ਪਾਸ। ਇਸ ਤੋਂ ਇਲਾਵਾ ਉਹ ਬਹੁਤ ਹੀ ਟ੍ਰੇਨਡ ਬੰਦੇ ਲੈਂਦੇ ਆ, ਬਹੁਤ ਹੀ ਸਿੱਖਾਂ ਦੇ ਵਿੱਚ ਵੀ ਇਸ ਸਮੇਂ, ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਵੀ ਟੀਵੀ ਚੈਨਲਸ ਨੂੰ ਚਲਾਉਣ ਵਾਸਤੇ ਬਹੁਤ ਮਾਹਰ ਅਵੇਲੇਬਲ ਆ। ਪਰ ਉਹ ਵੀ ਮਾਹਰ ਲੈਂਦੇ ਆ, ਪਰ ਉਹ ਸਿਰਫ 1 ਲੱਖ ਰੁਪਇਆ ਮਹੀਨੇ ਦੀ ਤਨਖਾਹ ਤੇ ਲੈਂਦੇ ਆ, 12 ਲੱਖ ਰੁਪਇਆ ਸਾਲ ਦਾ ਦਿੰਦੇ ਆ। ਜਿਹੜਾ ਬੰਦਾ ਸੇਵਾ ਭਾਵ ਨਾਲ ਆਉਂਦਾ ਉਹਨੂੰ ਹੀ ਲੈਂਦੇ ਆ। ਇੱਥੇ ਨਿੱਜੀ ਚੈਨਲ ਤਕਰੀਬਨ 2-2 ਕਰੋੜ ਸੈਲਰੀ ਸਟਾਰ ਦੇ ਟੌਪ ਬੰਦਿਆਂ ਨੂੰ ਦੇ। ਸੋ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਉਹ ਕਿੰਨੇ ਕੁ ਮਾਰਜਨਸ ਤੇ ਪਲੇ ਕਰਦੇ। ਤੀਸਰੀ ਚੀਜ਼ ਇਹ ਆ ਕਿ ਬਈ ਕਿਉਂਕਿ ਉਹ ਚੈਨਲ ਹਮੇਸ਼ਾ ਚੱਲਦਾ ਹੈ, 24 ਘੰਟੇ ਚ ਰਿਲੇ ਕਰਦੇ ਆ, ਤਾਂ ਉਹਨਾਂ ਦਾ ਨੈਚੁਰਲ ਰਿਸੋਰਸਿਸ ਵੀ ਕ੍ਰੀਏਟ ਕਰਦੇ ਆ, ਤੇ ਉਹ ਚੈਨਲ ਸਿਰਫ 1 ਲੱਖ ਰੁਪਇਆ ਪਹਿਲੀ ਸ਼ੇਅਰ ਐਪਲੀਕੇਸ਼ਨ ਮਨੀ ਤੇ ਬਾਅਦ ਚ 1.5 ਕਰੋੜ ਰੁਪਏ ਨਾਲ ਚੱਲਿਆ। ਹੁਣ ਲੇਟਲੀ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਨਿੱਜੀ ਚੈਨਲ ਚਲਾਉਣਾ ਤਾਂ ਜੀ 200 ਕਰੋੜ ਰੁਪਏ ਦਾ ਖਰਚਾ, 300 ਕਰੋੜ ਦਾ ਖਰਚਾ। ਸਰਕਾਰ ਦੀ ਪਾਲਿਸੀ ਹੈਗੀ ਆ ਅਪਲਿੰਕਿੰਗ ਤੇ ਡਾਊਨਲਿੰਕਿੰਗ ਦੀ। 5 ਕਰੋੜ ਰੁਪਏ ਨੈਟਵਰਥ ਹੋਣੀ ਚਾਹੀਦੀ ਆ, ਜਿਹੜੀ ਕਿ ਸ਼੍ਰੋਮਣੀ ਕਮੇਟੀ ਦਾ ਈਜ਼ੀਲੀ ਹੈਗੀ ਆ, ਠੀਕ ਆ। ਉਹਦੇ ਇਲਾਵਾ ਸਿਰਫ 15 ਲੱਖ ਰੁਪਏ ਡਾਊਨਲਿੰਕਿੰਗ ਦੀ ਕਾਸਟ ਤੇ 5 ਲੱਖ ਰੁਪਏ ਇੱਕ ਅਪਲਿੰਕਿੰਗ ਦੀ ਕਾਸਟ ਆ, ਸਾਲਾਨਾ 20 ਲੱਖ ਰੁਪਏ ਦਾ। ਇਸ ਤੋਂ ਇਲਾਵਾ ਤੁਸੀਂ ਸਾਰੇ ਇਸੇ ਕੰਮ ਚੋਂ ਹੀ ਹੋ, ਮੇਰਾ ਖਿਆਲ ਬਹੁਤ ਚੰਗੇ ਕੈਮਰੇ, ਬਹੁਤ ਕੁਝ ਚੰਗਾ ਲਾ ਲਓਗੇ, ਜਿੱਥੇ ਆਲਰੇਡੀ ਐਗਜ਼ਿਸਟਿੰਗ ਤੁਹਾਨੂੰ ਕੋਈ ਸਟੂਡੀਓ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ, ਸਿਰਫ ਰਿਲੇ ਹੀ ਕਰਨਾ ਹੈ। ਕੋਈ 50 ਲੱਖ ਦੇ ਲਾ ਲਓਗੇ, ਕਰੋੜ ਦੇ ਲਾ ਲਓਗੇ, 2 ਕਰੋੜ ਦੇ ਕੈਮਰੇ ਲਾ ਲਓਗੇ, ਡਰੋਨਸ ਲਗਾ ਲਓਗੇ, ਸਾਰਾ ਕੁਝ ਵੀ ਲਗਾ ਲਓ, ਸਟੇਟ ਆਫ ਦੀ ਆਰਟ ਟੈਕਨੋਲੋਜੀ ਵੀ ਲਾ ਲਓ। ਅੱਜ ਦੀ ਡੇਟ 'ਚ ਟੈਕਨੋਲੋਜੀ ਬਹੁਤ ਈਜ਼ੀਲੀ ਅਵੇਲੇਬਲ ਹੈ। ਸੋ ਇਹ ਬਿਲਕੁਲ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਵੀ ਇਹ ਚਲਾਉਣਾ ਬਹੁਤ ਮੁਸ਼ਕਿਲ ਹੈ, ਬਹੁਤ ਵੱਡੇ ਖਰਚੇ ਵਾਲੀ ਗੱਲ ਹੈ। ਤੇ ਵੈਸੇ ਵੀ ਇਹ ਉਹਦੀ ਐਸਟੈਬਲਿਸ਼ਮੈਂਟ ਦਾ ਖਰਚਾ ਉਹ ਆਲਰੇਡੀ, ਜੇ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਇੱਕ ਕਮਰੇ ਦੇ ਵਿੱਚੋਂ ਦਰਬਾਰ ਸਾਹਿਬ ਚੋਂ ਹੀ ਹੋ ਰਿਹਾ ਪਹਿਲਾਂ। ਸੋ ਇੱਕ ਤਾਂ ਇਹ ਹੈਗਾ ਜੀ। ਦੂਸਰਾ, ਅਸੀਂ ਇਹਦੇ ਵਿੱਚ ਇਨਵੈਸਟੀਗੇਟ ਕਰਦੇ ਟਾਈਮ ਇਹ ਵੀ ਵੇਖਿਆ ਕਿ ਮੱਕੇ ਦੇ ਵਿੱਚ ਜਿਹੜੇ ਇਸਲਾਮ ਵਾਲੇ ਆ ਉਹ ਕਿਵੇਂ ਕਰਦੇ ਆ। ਉਹਨਾਂ ਨੇ ਕੀ ਕੀਤਾ, ਉਹ ਮੱਕੇ ਦੇ ਵਿੱਚ ਕੋਈ ਪ੍ਰਾਈਵੇਟ ਪਲੇਅਰ ਐਂਟਰ ਨਹੀਂ ਕਰ ਸਕਦਾ। ਉਹਨਾਂ ਨੇ ਕੈਮਰੇ ਲਗਾਏ ਹੋਏ ਆ, ਉਹ ਰਿਲੇ ਹੁੰਦਾ ਉੱਥੋਂ, ਤੇ ਉਹ ਸਾਰੀ ਫੀਡ ਬਾਹਰ ਇੱਕ ਉਹਨਾਂ ਦੀ ਆਪਦੀ ਟੈਲੀਵਿਜ਼ਨ ਕੰਪਨੀ ਆ ਉਹਨੂੰ ਦਿੰਦੇ ਆ, ਤੇ ਉਦੋਂ ਬਾਅਦ ਉਹ ਫੀਡ ਜਿਹੜੀ ਆ ਉਹ ਫ੍ਰੀਲੀ ਅਵੇਲੇਬਲ ਹੁੰਦੀ ਆ ਅਕ੍ਰੋਸ ਦੀ ਵਰਲਡ ਫॉर ਆਲ ਇਸਲਾਮਿਕ ਪੀਪਲ, ਜਿਹਨੇ ਵੀ ਰਿਲੇ ਕਰਨਾ। ਉਹਦੀ ਕੋਈ ਕਾਸਟ ਨਹੀਂ ਲਈ ਜਾਂਦੀ, ਕਿਉਂਕਿ ਬੁਨਿਆਦੀ ਤੌਰ ਤੇ ਧਰਮ ਪ੍ਰਚਾਰ ਤੇ ਪ੍ਰਸਾਰ ਹੀ ਸ਼੍ਰੋਮਣੀ ਕਮੇਟੀ ਦਾ ਹੈਗਾ। ਤਾਂ ਕੋਈ ਐਸਾ ਸੋਚਿਆ ਜਾ ਸਕਦਾ, ਉਹ ਬਾਜੀ ਪਰਮਜੀਤ ਗੱਲ ਕਰਨਗੇ ਉਹਦੇ ਬਾਰੇ ਡਿਟੇਲ 'ਚ। ਤੇ ਇਹ ਆ ਕਿ ਵੀ ਉਹਨੂੰ ਇਹ ਕੁਝ ਮੈਥਡਸ ਦੱਸੇ ਆ, ਹੋਰ ਵੀ ਹੈਗੇ ਆ, ਜਗਨਨਾਥਪੁਰੀ ਦਾ ਵੀ ਡਿਸਕ੍ਰਾਈਬ ਕੀਤਾ, ਹੋਰਾਂ ਦਾ ਵੀ। ਪਰ ਜਿੰਨੀ ਮਿਸਮੈਨੇਜਮੈਂਟ, ਜਿੰਨੀ ਉਣਤਾਈਆਂ, ਜਿੰਨਾ ਨਿੱਜੀ ਫਾਇਦੇ ਜਾਂ ਲਾਭ ਇੱਕ ਦੂਜੇ ਨੂੰ ਦਿੱਤੇ ਗਏ ਅਸੀਂ ਕੀਤੇ ਆ, ਸ਼ਾਇਦ ਇਹ ਹਿਸਟਰੀ 'ਚ ਨਹੀਂ ਕਦੀ ਕੀਤੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ ਛੋਟਾ ਜਿਹਾ ਕੰਮ ਸੀ, ਜਦੋਂ ਸ਼੍ਰੋਮਣੀ ਕਮੇਟੀ ਬਣੀ ਸੀ ਉਦੋਂ 10 ਸਾਲਾਂ ਬਾਅਦ ਸਰੋਵਰ ਦੇ ਵਿੱਚ ਜੰਗਲੇ ਬਦਲਨੇ ਸੀਗੇ, ਜੰਗਲੇ ਲਾਉਣੇ ਸੀ।
ਜੰਗਲੇ ਲਾਉਣ ਦਾ ਜਿਹੜਾ ਡਿਜ਼ਾਈਨ ਆ ਉਹਦੀਆਂ ਐਪਲੀਕੇਸ਼ਨਾਂ ਉਹਦੀਆਂ ਆਈਡੀਆਜ਼ ਮੰਗੇ ਗਏ ਤੇ ਹਜ਼ਾਰਾਂ ਆਈਡੀਆਜ਼ ਆਏ ਕਿ ਵੀ ਕਿਸ ਤਰੀਕੇ ਦਾ ਡਿਜ਼ਾਈਨ ਹੈ। ਉਸ ਸਮੇਂ ਅੱਜ ਤੋਂ 70-80 ਸਾਲ ਪਹਿਲਾਂ ਅਸੀਂ ਇਸ ਸੈਂਸਿਟੀਵਿਟੀ ਤੇ ਖੜੇ ਸੀ। ਅੱਜ ਅਸੀਂ ਆਪਦੇ ਬੰਦਿਆਂ ਨੂੰ ਹੀ ਨਹੀਂ ਪੁੱਛਦੇ, ਬੁਲਾ ਕੇ ਕੋਈ ਕਮੇਟੀ ਜਾਂ ਟੀਮ ਨਹੀਂ ਬਣਾਉਂਦੇ ਵੀ ਅਸੀਂ ਰਿਲੇ ਕਰਨਾ ਚਾਹਾਂਗੇ ਤਾਂ ਕੀ ਰਿਪੋਰਟ ਬਣ ਸਕਦੀ। ਸਾਡੇ ਕੋਲੇ ਇਸ ਟਾਈਮ ਕੌਮ ਕੋਲੇ, ਨਾਨਕ ਨਾਮ ਲੇਵਾ ਸੰਗਤ ਕੋਲੇ, ਹੋਰ ਭਾਈਚਾਰਿਆਂ ਕੋਲੇ ਇੰਨਾ ਰਿਸੋਰਸ ਅਵੇਲੇਬਲ ਆ ਕਿ ਘੱਟੋ ਘੱਟ ਟੀਵੀ ਚੈਨਲ ਚਲਾਉਣਾ ਕਿਵੇਂ ਹੈਗਾ ਉਹਦੇ ਬਾਰੇ ਅਸੀਂ ਬਹੁਤ ਪ੍ਰੀਸਾਈਜ਼ ਕੰਮ ਕਰ ਸਕਦੇ ਹਾਂ। ਤੇ ਇਹ ਇੰਨਾ ਵਿਚਾਰ ਮੇਰੇ ਆ ਜੀ। ਬਾਕੀ ਭਾਈ ਪਰਮਜੀਤ ਸਰ ਹੋਰ ਹਾਂਜੀ ਸਰ ਜਸਪਾਲ ਸਿੰਘ। ਬਾਕੀ ਕਿਸੇ ਨੇ ਕੋਈ ਡਾਕੂਮੈਂਟਸ ਐਕਸੈਸ ਕਰਨੇ ਹੋਣ, ਕੁਝ ਹੋਣ, ਤੁਸੀਂ ਮੇਰੇ ਪੀਡੀਐਫਸ ਵੀ ਲੈ ਸਕਦੇ ਹੋ। ਫਰਦਰ 50-60 ਹਜ਼ਾਰ ਡਾਕੂਮੈਂਟਸ ਸੀਗੇ ਜਿਹੜੇ ਅਸੀਂ ਐਕਸੈਸ ਕੀਤੇ, ਉਹ ਵੀ ਸੋਰਸਸ ਤੁਸੀਂ ਲੈ ਸਕਦੇ ਹੋ। ਅੱਛਾ, ਸਭ ਤੋਂ ਪਹਿਲਾਂ ਜਿਹੜਾ ਸਿਧਾਂਤਕ ਗੱਲ ਮੈਂ ਕਰਨਾ ਚਾਹੁੰਦਾ ਉਹ ਹੈ ਗੁਰਬਾਣੀ ਦਾ ਕਮੋਡਿਫਿਕੇਸ਼ਨ, ਵਸਤੂਕਰਨ ਕਰਨਾ। ਗੁਰਬਾਣੀ ਹੈ ਜਿਹੜੀ, ਇਹ ਅਸੀਂ ਸਾਰਿਆਂ ਨੂੰ ਪਤਾ ਵੀ ਅਸੀਂ ਇਸ ਨੂੰ ਕਿਸ ਲੈਵਲ ਤੇ ਲੈਨੇ ਆ। ਇਸ ਨੂੰ ਵਪਾਰੀਕਰਨ ਕਰਨਾ, ਇਹਨੂੰ ਵੇਚਣਾ ਬਿਲਕੁਲ ਹੀ ਆਪਣੇ ਆਪ ਵਿੱਚ ਗਲਤ ਚੀਜ਼ ਹੈ ਜਿਹੜੀ ਕਿ ਇਸ ਦੇ ਚੈਨਲ ਦੇ ਥਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਕੀ ਸੀ ਵੀ ਗੁਰਬਾਣੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਹੁੰਦੀ ਸੀ, ਛਪਾਉਣਾ ਹੁੰਦੇ ਸੀਗੇ ਭਾਈ ਚਤਰ ਸਿੰਘ, ਭਾਈ ਜੀਵਨ ਸਿੰਘ, ਉਹ ਛਪਾ ਕੇ ਤੇ ਅੱਗੇ ਵੇਚਦੇ ਹੁੰਦੇ ਸੀ। ਉਹਨੂੰ ਕਈ ਤਰ੍ਹਾਂ ਦਾ ਸਜਾ ਕੇ ਇਸ ਕਿਸਮ ਦਾ ਵੇਚਦੇ ਸੀ ਤੇ ਉਹਦੀ ਬੇਹੁਰਮਤੀ ਔਰ ਉਹਦੀ ਬੇਅਦਬੀ ਹੁੰਦੀ ਸੀ। ਇਸ ਤਰੀਕੇ ਨਾਲ ਭੇਜੇ ਜਾਂਦੇ ਸੀ, ਇਸ ਤਰੀਕੇ ਨਾਲ ਵੇਚੇ ਜਾਂਦੇ ਸੀ ਜਾਂ ਪੈਕ ਕੀਤੇ ਜਾਂਦੇ ਸੀ। SGPC ਨੇ, ਸ਼੍ਰੋਮਣੀ ਕਮੇਟੀ ਨੇ ਇਸ ਵਪਾਰੀਕਰਨ ਨੂੰ ਰੋਕ ਕੇ ਸਾਰਾ ਕੰਮ ਆਪਣੇ ਕੋਲੇ ਲੈ ਲਿਆ ਅਤੇ ਕਾਨੂੰਨੀ ਲੈਵਲ ਤੇ ਇਹ ਐਕਟ ਵੀ ਹੋ ਗਿਆ ਵੀ ਹੁਣ ਕੋਈ ਨਹੀਂ ਛਾਪ ਸਕਦਾ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਤੇ ਜਿਹੜਾ ਉਹਦੇ ਵੰਡਣ ਦਾ ਕੰਮ ਹੈ, ਸਾਰਾ ਡਿਸਟ੍ਰੀਬਿਊਸ਼ਨ ਦਾ, ਉਹ ਸਾਰਾ ਕੰਮ ਸ਼੍ਰੋਮਣੀ ਕਮੇਟੀ ਕਰ ਰਹੀ ਹੈ। ਪਰ ਇਹ ਦੂਜੇ ਟੇਢੇ ਤਰੀਕੇ ਨਾਲ ਇਹਨਾਂ ਨੇ ਆਹ ਗੁਰਬਾਣੀ ਦਾ ਉਸੇ ਕਿਸਮ ਦਾ ਵਪਾਰੀਕਰਨ ਫਿਰ ਸ਼ੁਰੂ ਕਰਤਾ ਹੈ, ਜਿਹੜਾ ਕਿ ਆਪਣੇ ਆਪ ਵਿੱਚ ਬਹੁਤ ਗਲਤ ਹੈ। ਫਿਰ ਵਪਾਰੀਕਰਨ ਇੱਥੋਂ ਤੱਕ ਕੀਤਾ ਵੀ PTC ਨੇ ਇਹਦੇ ਉੱਤੇ ਆਪਣਾ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਵੀ ਜਤਾਤਾ ਵੀ ਸਾਡਾ ਬੌਧਿਕ ਅਧਿਕਾਰ ਹੈ। ਇੱਥੋਂ ਤੱਕ ਵੀ PTC ਨੇ ਕਿਹਾ ਵੀ ਸਾਡੇ ਕੋਲੇ ਕਾਪੀਰਾਈਟ ਹੈ। ਜਦੋਂ ਕਿਤੇ ਹੋਰ ਜਿਹੜੀਆਂ ਸੋਸ਼ਲ ਸਾਈਟਸ ਹੈ ਉਹਨਾਂ ਨੇ ਇਸ ਨੂੰ ਪ੍ਰਸਾਰਨ ਕਰਨ ਦਾ, ਖਾਸ ਕਰਕੇ ਹੁਕਮਨਾਮੇ ਨੂੰ ਅੱਗੇ ਭੇਜਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਫੇਸਬੁੱਕ ਦੀ ਮੈਨੇਜਮੈਂਟ ਤੱਕ ਗਏ ਤੇ ਲਹਾਏ। ਸਾਰੀਆਂ ਜਿੰਨੀਆਂ ਸਾਈਟਾਂ ਆਈਆਂ ਉਹਨਾਂ ਦੀ ਮੈਨੇਜਮੈਂਟ ਤੱਕ ਪਹੁੰਚ ਕੇ PTC ਨੇ ਸਾਰਾ ਕੁਝ ਕੀਤਾ। ਇਹ ਜਿਹੜਾ ਕੰਮ ਹੈ, ਇਸ ਕਿਸਮ ਦੀ ਅਜਾਰੇਦਾਰੀ ਤੇ ਜਿਹੜੀ ਮੋਨੋਪਲੀ ਇਹਦੇ ਕੋਲੇ ਹੈ, ਇਹ ਐਕਚੁਅਲੀ ਕੀ ਹੈ? ਇਹ ਇੱਕ ਜਿਹੜੇ ਬਾਦਲ ਪਰਿਵਾਰ ਦਾ ਜਿਹੜਾ ਚੈਨਲ ਹੈ, ਉਹਦੀ ਜਿਹੜੇ ਕਾਰਪੋਰੇਟ ਉਹਦੀ ਪ੍ਰਮੋਸ਼ਨ ਕਰਨੀ ਹੈ, ਉਸ ਕਾਰਪੋਰੇਟ ਜਿਹੜਾ ਬਿਜ਼ਨਸ ਹੈ ਉਹਦੀ ਪ੍ਰਮੋਸ਼ਨ ਦਾ ਹਿੱਸਾ ਹੈ। ਤੇ ਦੂਜਾ, ਇਹ ਸਿੱਖਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਦੇ ਮਾਈਂਡ ਦਾ ਮੈਨੇਜਮੈਂਟ ਹੈ, ਉਹਨਾਂ ਦੀ ਪੋਲੀਟੀਕਲ ਪ੍ਰਮੋਸ਼ਨ ਵੀ ਹੈ ਬਾਦਲ ਪਰਿਵਾਰ ਦੀ। ਤੇ ਦੋ ਕੰਮ ਕਰ ਰਹੇ ਹੈ, ਗੁਰਬਾਣੀ ਉੱਤੇ ਕੰਟਰੋਲ ਕਰਕੇ ਜਾਂ ਉਹਦੇ ਪ੍ਰਸਾਰਨ ਤੇ ਕੰਟਰੋਲ ਕਰਕੇ, ਅਕਾਲ ਤਖਤ ਤੇ ਕੰਟਰੋਲ ਕਰਨ ਦਾ ਬਰਾਬਰ ਦਾ ਹੀ ਕੰਟਰੋਲ ਕਰਕੇ ਇਹ ਆਪਣਾ ਪੋਲੀਟੀਕਲ ਪ੍ਰਮੋਸ਼ਨ ਵੀ ਆਪਣੀ ਕਰ ਰਹੇ ਆ। ਇਸ ਕਰਕੇ ਸਿੱਖਾਂ ਨੂੰ ਇਹਦਾ ਹਰ ਹਾਲਤ ਵਿਰੋਧ ਕਰਨਾ ਚਾਹੀਦਾ। ਤੀਜੀ ਗੱਲ ਜਿਹੜੀ ਲੇਟੈਸਟ ਹੁਣੇ ਹੋਈ ਹੈ ਵੀ ਉਹੀ ਹੈ ਜਿਹੜਾ PTC ਹੈ, ਉਹਦੇ ਐਂਟਰਟੇਨਮੈਂਟ ਚੈਨਲ ਤੁਹਾਨੂੰ ਪਤਾ ਹੀ ਹੈ, PTC ਚੱਕ ਦੇ ਇਸ ਕਿਸਮ ਦੇ ਫਜ਼ੂਲ ਕਿਸਮ ਦੇ ਉਹਦੇ ਨਾਂ ਹੈ, ਕਿੰਨੇ ਕਿਸਮ ਦੇ। ਉਹ ਕਰਦੇ ਕੀ ਹੈ ਤੁਹਾਨੂੰ ਪਤਾ ਹੀ ਆ ਸਾਰਾ। ਇਸ ਵਾਹਿਯਾਤ ਕਿਸਮ ਦੇ ਜਿਹੜੇ ਮਿਸ ਪੰਜਾਬਣ ਦੇ ਕੰਪੀਟੀਸ਼ਨ ਹੋਰ ਸਾਰੇ ਕਰਦੇ ਰਹੇ ਆ। ਉਹਦੇ ਵਿੱਚ ਜਿਹੜਾ ਇੱਥੇ ਮੁਹਾਲੀ ਦੇ ਵਿੱਚ ਕੇਸ ਦਰਜ ਹੋਇਆ ਉਹਦਾ ਸਭ ਨੂੰ ਪਤਾ ਹੀ ਹੈ। ਉਸ ਸਕੈਂਡਲ ਨੇ, ਉਸ ਵੱਡੇ ਸਕੈਂਡਲ ਜਿਹਦੇ ਵਿੱਚ ਇੱਥੇ ਅਜੇਪਾਲ ਸਿੰਘ ਹੋਰਾਂ ਨੇ ਹੁਣ ਤੁਹਾਨੂੰ ਦੱਸਿਆ, ਜਿਹੜਾ ਇਹਨਾਂ ਦਾ MD ਹੈ ਰਵਿੰਦਰ ਨਾਰਾਇਣ, ਉਹਦੇ ਉੱਤੇ ਪਰਚਾ ਦਰਜ ਹੈ ਉਹਦੇ। ਪਰ ਹਜੇ ਤੱਕ ਜਿਹੜੀ ਤੁਸੀਂ ਦੇਖੋ 17 ਤਰੀਕ ਦਾ ਕੇਸ ਦਰਜ ਹੈ, ਅੱਗੇ ਉਹਦੀ ਇਨਵੈਸਟੀਗੇਸ਼ਨ ਹੋਣ ਨਹੀਂ ਦਿੱਤੀ, ਰੋਕ ਰੱਖਿਆ ਸਾਰਾ ਕੁਝ। ਤੇ ਅੱਛਾ, ਬਾਕੀ ਉਹ ਜਿਹੜਾ ਇਸ ਕਿਸਮ ਦੇ ਜਿਹੜੇ ਚੀਜ਼ਾਂ ਵਿੱਚ PTC ਇਨਵੋਲਵ ਹੋਵੇ, ਉਹਦੇ ਕੋਲੇ ਕੋਈ ਨੈਤਿਕ ਤੇ ਅਖਲਾਕੀ ਆਧਾਰ ਨਹੀਂ ਰਿਹਾ ਵੀ ਉਹ ਮੁੜ ਕੇ ਇਹ PTC ਗੁਰਬਾਣੀ ਨੂੰ ਰਿਲੇ ਕਰੇ। ਗੁਰਬਾਣੀ ਨੂੰ ਰਿਲੇ ਨਹੀਂ ਕਰਦੇ, ਰਿਸੋਰਸਿਸ ਜਿਹਦੇ ਬਾਰੇ ਅਜੇਪਾਲ ਸਿੰਘ ਹੋਰਾਂ ਨੇ ਬੜੇ ਸਾਰਾ ਵਿਸਤਾਰ 'ਚ ਦੱਸਿਆ, ਰਿਸੋਰਸ ਨੂੰ ਯੂਜ਼ ਕਰਦੇ ਆ, ਉੱਥੇ ਹੀ ਕਮਰੇ ਯੂਜ਼ ਕਰਦੇ ਆ, ਸਾਰੀ ਚੀਜ਼ ਯੂਜ਼ ਕੀਤੀ ਜਾ ਰਹੀ ਹੈ। ਕਮਰੇ ਦੇ ਵਿੱਚ ਉਹਨਾਂ ਦੇ ਜਿੱਥੇ PTC ਦਾ ਕਮਰਾ ਬਣਾਇਆ ਵਾ, ਉਹਦੇ ਵਿੱਚ ਦੂਜਾ ਬੰਦਾ ਐਂਟਰ ਨਹੀਂ ਹੋ ਸਕਦਾ ਕੋਈ।
ਇਸ ਕਿਸਮ ਦਾ ਸਾਰਾ ਸਿਸਟਮ ਉਹਨਾਂ ਨੇ ਬਣਾ ਛੱਡਿਆ ਤੇ ਇਸ ਕਰਕੇ ਜਿਹੜੀ ਇਸ ਕਿਸਮ ਦੀ ਕਮਰਸ਼ੀਅਲਾਈਜੇਸ਼ਨ ਆਫ ਗੁਰਬਾਣੀ ਹੈ, ਵਪਾਰੀਕਰਨ ਹੈ, ਉਹ ਤੁਰਤ ਬੰਦ ਹੋਣਾ ਚਾਹੀਦਾ ਹੈ। ਇੱਕ ਆ ਛੋਟੇ ਜਿਹੇ ਤਰੀਕੇ ਨਾਲ ਹੀ ਜਿਹੜਾ ਦੱਸਿਆ ਵੀ ਸਾਰਾ 5-7 ਕਰੋੜ ਦਾ ਸਾਰਾ ਪ੍ਰੋਜੈਕਟ ਹੈ, ਆਪਣਾ ਟੀਵੀ ਲਾਉਣਾ, ਆਪਣਾ ਟੈਲੀਵਿਜ਼ਨ ਚੈਨਲ ਬਣਾਉਣਾ, ਸ਼੍ਰੋਮਣੀ ਕਮੇਟੀ ਲਈ ਕੋਈ ਵੱਡੀ ਗੱਲ ਨਹੀਂ। ਸਿੱਖਾਂ ਨੂੰ ਮਾੜੀ ਜੀ ਕਾਲ ਦੇ ਅਕਾਲ ਤਖਤ ਤੋਂ ਕਾਲ ਆ ਜੇ ਤੇ ਲੋਕ ਇਦੋਂ ਵੱਧ ਕਿਤੇ ਪੈਸੇ ਇਕੱਠੇ ਕਰਕੇ ਚੈਨਲ ਲਈ ਭੇਜ ਦੇਣਗੇ। ਇੱਥੋਂ ਤੱਕ ਹੈ ਵੀ ਲੋਕਾਂ ਨੇ ਕੰਪਲੇਂਟ ਕੀਤੀ ਵੀ ਸਾਨੂੰ ਅਸੀਂ ਪੇ ਕਿਉਂ ਕਰੀਏ, ਜਦੋਂ ਇਹ 2003 ਦੇ ਵਿੱਚ ਇਹਨਾਂ ਨੇ ETC ਵਾਲਿਆਂ ਨੇ ਇਹ ਪੇਡ ਚੈਨਲ ਬਣਾਤਾ। ਪਹਿਲਾਂ ਫ੍ਰੀ ਦਿੱਤਾ ਜਾਂਦਾ ਸੀ DTH ਪਲੇਟਫਾਰਮ ਤੇ ਜਾਂ ਟਾਟਾ ਸਕਾਈ ਤੇ ਦਿੱਤਾ ਜਾਂਦਾ ਸੀ ਫ੍ਰੀ, ਉਸ ਦੇ ਉੱਤੇ ਉਹਨਾਂ ਨੇ ਪਾਬੰਦੀ ਲਾਤੀ, ਉੱਥੇ ਸਾਰੇ ਤੇ ਪਾਬੰਦੀ ਲਾ ਕੇ ਫਿਰ ਪੇਡ ਚੈਨਲ ਬਣ ਗਿਆ। ਹੁਣ ਪੇ ਹੁੰਦਾ ਸਾਰਾ। 3 ਕਰੋੜ ਸਿੱਖ ਪਾਪੂਲੇਸ਼ਨ ਦੇ ਵਿੱਚੋਂ 2 ਕਰੋੜ ਜ਼ਰੂਰ ਇਹ ਗੁਰਬਾਣੀ ਨਾਲ ਜੁੜਿਆ ਹੋਇਆ, ਜਿਹੜਾ ਹੁਕਮਨਾਮਾ ਵੀ ਸੁਣਦਾ ਹੈ ਤੇ ਗੁਰਬਾਣੀ ਦਾ ਜਿਹੜਾ ਕੀਰਤਨ ਰਿਲੇ ਹੁੰਦਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ, ਉਹਨੂੰ ਵੀ ਸੁਣਦਾ ਹੈ। ਤੇ ਇਹਨਾਂ 2 ਕਰੋੜ ਬੰਦਿਆਂ ਨੂੰ ਮੱਲੋ ਜੋਰੀ ਉਹਨਾਂ ਜੇਬਾਂ ਚੋਂ ਪੈਸੇ ਕੱਢੇ ਜਾ ਰਹੇ ਆ। ਇਹ ਸਾਰਾ ਜਿਹੜਾ ਪ੍ਰਪੰਚ ਹੈ, ਇਹ ਕਾਰਪੋਰੇਟ ਜਿਹੜਾ ਘਰਾਣੇ ਦੀ ਜਾਂ ਬਾਦਲ ਪਰਿਵਾਰ ਦੀ ਜਿਹੜੀ ਇਸ ਕਿਸਮ ਦੀ ਕਾਰਪੋਰੇਟ ਬਿਜ਼ਨਸ ਦੀ ਜਿਹੜੀ ਪ੍ਰਮੋਸ਼ਨ ਹੈ, ਇਹ ਬੰਦ ਹੋਣੀ ਚਾਹੀਦੀ ਹੈ। ਨਾਲੇ SGPC ਕੋਲ ਨੇ ਪਹਿਲਾਂ ਇਹਦਾ ਪ੍ਰੈਸੀਡੈਂਟ ਹੈ ਵੀ ਉਹਨੇ ਬੀੜਾਂ ਦੀ ਜਿਹੜੀ ਛਪਾਈ ਸੀ ਤੇ ਉਹਨਾਂ ਨੂੰ ਵੰਡਣਾ ਸੀ, ਉਹ ਸਾਰਾ ਬੰਦ ਕੀਤਾ ਤੇ ਇਹ ਵੀ ਤੁਰਤ ਬੰਦ ਹੋਣਾ ਚਾਹੀਦਾ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਤੋਂ ਤੁਸੀਂ ਬੜੀ ਇਕਾਗਰਤਾ ਨਾਲ ਸੁਣਦੇ ਹੋ, ਇਸ ਕਰਕੇ ਮੈਂ ਬਹੁਤ ਬਰੀਫ ਰੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰੂੰਗਾ। ਤੇ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਜੇਪਾਲ ਸਿੰਘ ਬਰਾੜ ਹੋਣਾ ਨੇ ਦੱਸਿਆ ਕਿ ਸਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਆਈ ਸੀਗੀ, ਪਰ ਜਿਹੜੀ ਇਨਫੋਰਮੇਸ਼ਨ ਦਾ ਕੋਈ ਡਾਕੂਮੈਂਟਰੀ ਆਧਾਰ ਸੀਗਾ, ਅਸੀਂ ਸਿਰਫ ਉਹੀ ਇਹਦੇ ਵਿੱਚ ਸ਼ਾਮਲ ਕੀਤੀ ਹੈ। ਤੇ ਜਿਹੜੀ ਵੀ ਇਨਫੋਰਮੇਸ਼ਨ ਇਹਦੇ ਵਿੱਚ ਸ਼ਾਮਲ ਕੀਤੀ ਆ, ਉਹਦੇ ਰਿਲੇਟਡ ਜਿੰਨੇ ਵੀ ਡਾਕੂਮੈਂਟ ਨੇ ਉਹ ਵੀ ਸਾਰੇ, ਇਹ ਸਿਰਫ 40 ਪੰਨਿਆਂ ਦੀ ਛੋਟੀ ਜਿਹੀ ਰਿਪੋਰਟ ਹੈ। ਇਹਦੇ ਨਾਲ ਇਹਦੀ ਇੰਗਲਿਸ਼ ਟਰਾਂਸਲੇਸ਼ਨ ਹੈ ਤੇ ਬਾਕੀ ਲਗਭਗ 160 ਸਫੇ ਜਿਹੜੇ ਆ ਉਹ ਉਹਨਾਂ ਡਾਕੂਮੈਂਟਸ ਦੇ ਨੇ, ਜਿਹੜੇ ਸਪੋਰਟਿਵ ਡਾਕੂਮੈਂਟਸ ਜਾਂ ਐਵੀਡੈਂਸ ਆਪਾਂ ਜਿਹੜਾ ਉਹ ਕਹਿ ਸਕਦੇ ਹਾਂ। ਪਹਿਲੇ ਭਾਗ ਦੇ ਬਾਰੇ ਦੇ ਵਿੱਚ ਤਕਰੀਬਨ ਕਿਉਂਕਿ ਗੁਰਬਾਣੀ ਪ੍ਰਸਾਰਣ ਜਦੋਂ ਸ਼ੁਰੂ ਹੋਇਆ ਕਿਸ ਤਰੀਕੇ ਨਾਲ ਚੱਲਿਆ, ਉਹ ਉਹਨਾਂ ਨੇ ਸਾਰੇ ਵਿਸਤਾਰ ਦੇ ਵਿੱਚ ਦੱਸ ਦਿੱਤਾ ਆ। ਇਹਦਾ ਜਿਹੜਾ ਦੂਸਰਾ ਭਾਗ ਸੀਗਾ ਉਹ ਇਹ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮਝੌਤੇ ਕੀਤੇ ਗਏ, ਉਹਨਾਂ ਨੂੰ ਅਸੀਂ ਸਿੱਖੀ ਜਾਂ ਗੁਰਮਤ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੀ ਇਹ ਜਿਹੜੇ ਐਗਰੀਮੈਂਟਸ ਨੇ ਉਹ ਸਿੱਖੀ ਭੈ ਭਾਵਨੀ ਨੂੰ ਸੈਟੀਸਫਾਈ ਕਰਦੇ ਆ ਜਾਂ ਨਹੀਂ ਕਰਦੇ। ਉਹਦੇ 'ਚ ਬਿਲਕੁਲ ਪੁਆਇੰਟਡ ਗੱਲਾਂ ਜਿਹੜੀਆਂ ਆ, ਹਾਂਜੀ ਬਿਲਕੁਲ ਪੁਆਇੰਟਡ ਗੱਲਾਂ ਜਿਹੜੀਆਂ ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਆ। ਇੱਕ ਤਾਂ ਉਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਆ ਕਿ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਨਾਲ ਸੰਬੋਧਨ ਹੋਣਾ ਚਾਹੀਦਾ ਆ। ਜਿਹੜਾ ਗੋਲਡਨ ਟੈਂਪਲ ਲਫ਼ਜ਼ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਅਜ਼ਮਤ ਹੈ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਉਹਨੂੰ ਰਿਫਲੈਕਟ ਨਹੀਂ ਕਰਦਾ। ਇਹਦੇ ਵਿੱਚ ਗੋਲਡਨ ਟੈਂਪਲ ਦੀ ਸ਼ਬਦ ਦੀ ਵਰਤੋਂ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਔਰ ਇਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਹੈ। ਦੂਸਰੀ ਜਿਹੜੀ ਗੱਲ ਹੈ ਕਿ ਇਹਦੇ ਵਿੱਚ ਜਿਹੜੀ ਗ੍ਰੰਥੀ ਸਾਹਿਬਾਨ ਨੇ, ਅਰਦਾਸੀਏ ਸਿੰਘ ਨੇ, ਸੇਵਾਦਾਰ ਨੇ, ਉਹ ਸਾਰੇ ਗੁਰੂ ਘਰ ਦੇ ਪ੍ਰਬੰਧ ਨੂੰ ਉੱਥੇ ਸੇਵਾਵਾਂ ਨਿਭਾਉਣ ਜਿਹੜੀਆਂ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਬਖਸ਼ੀਆਂ ਗਈਆਂ, ਉਹ ਬਹੁਤ ਸਤਿਕਾਰਤ ਹਸਤੀਆਂ ਨੇ। ਉਹਨਾਂ ਦੇ ਵਾਸਤੇ ਜਿਹੜੀ ਟਰਮੀਨੋਲੋਜੀ ਵਰਤੀ ਗਈ ਹੈ ਉਹ ਮਤਲਬ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਕਿ ਇੱਕ ਚਲੰਤ ਪੱਧਰ ਦੀ ਸਿੰਗਰਸ ਐਂਡ ਪਰਫਾਰਮਰਸ, ਮਤਲਬ ਉੱਥੇ ਦੇਖੋ ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਤਾਂ ਗੁਰਬਾਣੀ ਪਾਠ ਹੁੰਦਾ, ਦੂਸਰਾ ਹੁਕਮਨਾਮਾ ਸਾਹਿਬ ਹੁੰਦਾ, ਕੀਰਤਨ ਹੁੰਦਾ, ਅਰਦਾਸ ਹੁੰਦੀ ਹੈ ਤੇ ਕੀਰਤਨ ਦੀਆਂ ਵੱਖ-ਵੱਖ ਵਿਧੀਆਂ ਨੇ ਜਿਹੜੀਆਂ, ਚਾਹੇ ਉਹ ਆਰਤੀ ਹੈ, ਚਾਹੇ ਉਹ ਚੌਂਕੀਆਂ ਲੱਗਦੀਆਂ ਨੇ, ਉਹ ਹੁੰਦੀਆਂ ਨੇ। ਸੋ ਜਦੋਂ ਵੀ ਉਹਨਾਂ ਕਾਰ ਵਿਹਾਰ ਨੂੰ ਕਰਨ ਵਾਲਿਆਂ ਦੇ ਬਾਰੇ ਦੇ ਵਿੱਚ ਆਪਾਂ ਵਰਤ ਰਹੇ ਹਾਂ ਜੋ ਇੱਕ ਸਿੱਖੀ ਭੈ ਭਾਵਨੀ ਦੀ ਸ਼ਬਦਾਵਲੀ ਬਿਲਕੁਲ ਉਹਦੇ ਤੋਂ ਉਲਟ ਜਾ ਕੇ, ਸੋ ਉਹਨਾਂ ਦੇ ਲਈ ਸਿੰਗਰਸ ਐਂਡ ਪਰਫਾਰਮਰਸ ਸ਼ਬਦ ਜਿਹੜਾ ਆ ਉਹਦੇ ਵਿੱਚ ਵਰਤਿਆ ਗਿਆ। ਸਾਨੂੰ ਇਹ ਲੱਗਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਸਿੱਖ ਈਥੋਸ ਨੇ ਉਹਨਾਂ ਦੇ ਮੁਤਾਬਕ ਢੁਕਵੀਂ ਸ਼ਬਦਾਵਲੀ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੈਕਟਸ 'ਚ, ਲੀਗਲ ਕੰਟਰੈਕਟਸ 'ਚ ਸਹੀ ਨਹੀਂ ਹੈਗੀ।
ਉਸ ਤੋਂ ਇਲਾਵਾ ਇਹ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਗੁਰਬਾਣੀ ਦਾ ਪਾਠ ਹੁੰਦਾ ਹੈ, ਕੀਰਤਨ ਹੁੰਦਾ ਆ, ਅਰਦਾਸ ਹੁੰਦੀ ਹੈ ਤੇ ਹੁਕਮਨਾਮਾ ਸਾਹਿਬ ਹੁੰਦਾ ਹੈ। ਸੋ ਕੋਈ ਵੀ ਜੇ ਤੁਸੀਂ ਟਰਮ ਨਿਰਧਾਰਿਤ ਕਰ ਰਹੇ ਹੋ ਆਪਣੇ ਐਗਰੀਮੈਂਟ ਦੇ ਵਿੱਚ, ਉਹ ਜਿਹੜੀ ਟਰਮ ਹੈ ਉਹ ਬਿਲਕੁਲ ਸਪਸ਼ਟ ਗੱਲ ਹੈ ਕਿ ਉਹ ਗੁਰਬਾਣੀ ਦੇ ਉੱਪਰ ਹੀ ਆਪਾਂ ਉਹ ਕੰਡੀਸ਼ਨ ਜਿਹੜੀ ਆ ਉਹ ਲਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਇੱਕ ਕੰਡੀਸ਼ਨ ਜਿਹੜੀ ਕਿ ਆਪਾਂ ਕਹਿ ਸਕਦੇ ਕਿ ਬਹੁਤ ਹੀ ਜ਼ਿਆਦਾ ਇਤਰਾਜ਼ਯੋਗ ਹੈ, ਉਹ ਮੈਂ ਤੁਹਾਨੂੰ ਪੜ੍ਹ ਕੇ, ਕਿਉਂਕਿ ਇੰਗਲਿਸ਼ ਦੇ ਵਿੱਚ ਹੀ ਆ ਤਾਂ ਉਹ ਪੜ੍ਹ ਕੇ ਸੁਣਾਉਣੀ ਚਾਹੁੰਦਾ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਵੀ ਪ੍ਰਸਾਰਣ ਹੋਊਗਾ ਉਹਦੇ ਵਿੱਚ ਕੁਝ ਵੀ ਇੰਡੀਆ ਦੀ ਯੂਨਿਟੀ, ਇੰਟੈਗ੍ਰਿਟੀ, ਸੋਵਰੇਨਿਟੀ, ਫਰੈਂਡਲੀ ਰਿਲੇਸ਼ਨ ਵਿਦ ਅਦਰ ਕੰਟਰੀਜ਼ ਉਹਦੇ ਖਿਲਾਫ ਨਹੀਂ ਕਿਹਾ ਜਾ ਸਕਦਾ। ਪ੍ਰਸਾਰਣ ਕਿਸ ਚੀਜ਼ ਦਾ ਹੋਣਾ? ਪ੍ਰਸਾਰਣ ਸਿਰਫ ਤੇ ਸਿਰਫ ਗੁਰਬਾਣੀ ਦਾ ਹੋਣਾ। ਗੁਰਬਾਣੀ ਦੇ ਉੱਪਰ ਕਿਸੇ ਦੁਨਿਆਵੀ ਸਟੇਟ ਦੇ ਕਾਨੂੰਨ ਦੀ ਜਿਹੜੀ ਕੰਡੀਸ਼ਨ ਹੈ ਉਹ ਅਪਲਾਈ ਨਹੀਂ ਹੁੰਦੀ। ਸੋ ਇਹ ਇੱਕ ਬੜੀ ਵੱਡੀ, ਆਪਾਂ ਮੁਗਲਾਂ ਦਾ ਦੌਰ ਵੀ ਦੇਖਿਆ ਜਾਂ ਹੋਰ ਦੌਰ ਵੀ ਦੇਖਿਆ, ਕਿਸੇ ਨੇ ਵੀ ਆਪਣੀ ਇੰਪੋਜੀਸ਼ਨ ਇਸ ਤਰ੍ਹਾਂ ਦੀ ਗੁਰਬਾਣੀ ਦੇ ਵਿੱਚ ਨਹੀਂ ਸੀ ਕਦੀ ਵੀ ਲਗਾਈ, ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੈਕਟ ਦੇ ਵਿੱਚ ਹੈ। ਬੇਸ਼ੱਕ ਉਹ ਲੀਗਲੀ ਹੀ ਕੰਟਰੈਕਟ ਜਿਹੜਾ ਆ ਉਹ ਪ੍ਰਸਾਰਣ ਵਾਸਤੇ ਕੀਤਾ ਗਿਆ, ਪਰ ਇਸ ਤਰ੍ਹਾਂ ਦਾ ਲਾਉਣਾ। ਫਿਰ ਇਸ ਤੋਂ ਅਗਲਾ ਜਿਹੜੀ ਗੱਲ ਕਰਨੀ ਚਾਹੁੰਦੇ ਆ, ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਦੀ ਆਈ, ਉਹਦੇ ਵਿੱਚ ਅਸੀਂ ਦੋਵੇਂ ਪੱਖ ਹੀ ਤਕਰੀਬਨ ਦੇਖੇ ਨੇ। ਇੱਕ ਇਹ ਆਇਆ ਸੀਗਾ ਕਿ ਇੱਕ ਟੈਕਨੀਕਲ ਟਰਮੀਨੋਲੋਜੀ ਹੈ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦੀ, ਫੇਸਬੁੱਕ ਆਪਣੇ ਆਪ ਅਪਲਾਈ ਕਰ ਦਿੰਦਾ ਆ। ਉਹ ਮੈਂ ਵਿਸਤਾਰ ਦੇ ਵਿੱਚ ਨਹੀਂ ਜਾਣਾ, ਬਹੁਤ ਡਿਟੇਲ ਦੇ ਵਿੱਚ ਅਸੀਂ ਰਿਪੋਰਟ ਦੇ ਵਿੱਚ ਦੱਸਿਆ ਕਿ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦਾ ਕਲੇਮ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਪਾਇਆ ਜਾਂਦਾ ਹੈ। ਬਕਾਇਦਾ ਜਿੰਨਾ ਫੇਸਬੁੱਕ ਦਾ ਸਾਰਾ ਪ੍ਰੋਸੀਜਰ ਹੈ ਉਹ ਪ੍ਰੋਸੀਜਰ ਨਾਲ ਲਾਇਆ ਹੋਇਆ। ਔਰ ਜਦੋਂ ਤੁਸੀਂ ਫਾਈਨਲੀ ਆਪਣੀ ਕੰਪਲੇਂਟ ਸਬਮਿਟ ਕਰਦੇ ਹੋ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੀ ਵਾਇਲੇਸ਼ਨ ਦੀ, ਫੇਸਬੁੱਕ ਉਦੋਂ ਤੁਹਾਨੂੰ ਵਾਰਨ ਕਰਦੀ ਹੈ ਕਿ ਇਟ ਇਜ਼ ਅ ਸੀਰੀਅਸ ਮੈਟਰ, ਤੇ ਕੀ ਤੁਸੀਂ ਵਾਕਿਆ ਹੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੀ ਜਿਹੜੀ ਆ ਉਹ ਕੰਪਲੇਂਟ ਦਾਖਲ ਕਰਨਾ ਚਾਹੁੰਦੇ ਹੋ। ਜੇ ਤੁਸੀਂ ਨੋ ਕਰ ਦਿੰਦੇ ਹੋ ਤਾਂ ਨਹੀਂ ਜਾਂਦੀ, ਜੇ ਯੈਸ ਕਰਦੇ ਹੋ ਤਾਂ ਹੀ ਜਾਂਦੀ ਹੈ। ਔਰ ਜਿਹੜੇ ਵਿਅਕਤੀ ਦੇ ਵੱਲੋਂ ਕੀਤੀ ਜਾਂਦੀ ਉਹਦੀਆਂ ਪਰਸਨਲ ਡਿਟੇਲਸ ਜਿਹੜੀਆਂ ਹੁੰਦੀਆਂ, ਇਹਦੇ 'ਚ ਅਸੀਂ ਐਵੀਡੈਂਸ ਜਿਹੜੇ ਆ ਉਹ ਲਾਏ ਨੇ ਕਿ ਰਵਿੰਦਰ ਨਾਰਾਇਣਨ ਹੋਣਾ ਦੀਆਂ ਪਰਸਨਲ ਡਿਟੇਲਸ ਨੇ ਜਿਹੜੀਆਂ that were used to file intellectual property complaint। ਜਿਸ ਦਿਨ ਇਹ ਰਿਪੋਰਟ ਤਿਆਰ ਕੀਤੀ ਗਈ ਉਸ ਦਿਨ, ਕਿਉਂਕਿ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੇ ਕਲੇਮ ਦਾ ਮਸਲਾ ਪਹਿਲਾਂ ਉੱਭਰਿਆ ਸੀ, ਅਸੀਂ ਵੈਰੀਫਾਈ ਕੀਤਾ, ਉਸ ਦਿਨ ਤੱਕ ਵੀ ਪੀਟੀਸੀ ਨੇ ਆਪਣੀ ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਕਲੇਮ ਦੀ ਸਟ੍ਰਾਈਕ ਪਾਈ ਹੋਈ ਸੀ ਉਹ ਵਾਪਸ ਨਹੀਂ ਸੀ ਲਈ। ਹਾਲਾਂਕਿ ਇਹਨਾਂ ਨੇ 14 ਜਨਵਰੀ 2020 ਨੂੰ ਕਹਿਤਾ ਸੀ ਕਿ ਹੁਕਮਨਾਮਾ ਸਾਹਿਬ ਕੋਈ ਵੀ ਪਾ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਹਦੇ ਬਾਵਜੂਦ ਜੋ ਇਹਨਾਂ ਨੇ ਇੱਕ ਬੌਧਿਕ ਜਾਗੀਰ ਦਾ ਦਾਅਵਾ ਕੀਤਾ ਸੀਗਾ, ਜੋ ਕਿ ਇਹ ਰਿਪੋਰਟ ਬਿਲਕੁਲ ਦੱਸਦੀ ਹੈ ਕਿ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ, ਇਹ ਧੁਰਕੀ ਬਾਣੀ ਹੈ, ਇਹਦੇ ਉੱਪਰ ਦੁਨੀਆ ਦਾ ਨੇਮ ਨਹੀਂ ਲਾਗੂ ਹੁੰਦਾ, ਕਿਸੇ ਵੀ ਤਰੀਕੇ ਦੇ ਨਾਲ ਇਹ ਕਿਸੇ ਦੀ ਇੰਟੈਲੈਕਚੁਅਲ ਪ੍ਰਾਪਰਟੀ ਨਹੀਂ ਹੈ। ਉਹ ਸਟ੍ਰਾਈਕ ਜਿਹੜੀ ਇਹਨਾਂ ਨੇ ਉਹ ਵਿਡਰਾ ਨਹੀਂ ਕੀਤੀ। ਹਾਂਜੀ ਹਾਂਜੀ। ਤੇ ਇਸ ਤੋਂ ਇਲਾਵਾ ਇੱਕ ਲਾਸਟ ਗੱਲ ਹੈ ਜਿਹੜੀ ਕਿ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਵਾਸਤੇ ਕੁਝ ਇੱਕ ਬੁਨਿਆਦੀ ਗੱਲਾਂ ਜਿਹੜੀਆਂ ਨੇ ਉਹ ਨਿਰਧਾਰਿਤ ਕੀਤੀਆਂ ਗਈਆਂ। ਇੱਕ ਤਾਂ ਇਹ ਹੈ ਕਿ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਵਪਾਰੀਕਰਨ ਹੈ, ਉਹਦੀ ਕਮਰਸ਼ੀਅਲਾਈਜੇਸ਼ਨ ਹੈ, ਉਹ ਨਹੀਂ ਕੀਤੀ ਜਾ ਸਕਦੀ। ਜਿਹੜੇ ਅਸੀਂ ਇਹਦੇ ਵਿੱਚ ਸੁਝਾਅ ਦਿੱਤੇ ਨੇ, ਅਸੀਂ ਕੋਈ ਫਾਈਨਲ ਸੁਝਾਅ ਜਿਹੜੇ ਆ ਉਹ ਨਹੀਂ ਦਿੱਤੇ ਕਿ ਇਹੀ ਹੋ ਸਕਦੇ ਆ। ਜਿਹੜੇ ਪ੍ਰਬੰਧ ਇਸ ਤੋਂ ਪਹਿਲਾਂ ਚੱਲ ਰਹੇ ਨੇ ਉਹ ਸਾਰੇ ਪ੍ਰਬੰਧਾਂ ਦਾ ਇਹਦੇ ਵਿੱਚ ਜ਼ਿਕਰ ਹੈ। ਇੱਕ ਆਲਟਰਨੇਟਿਵ ਤਾਂ ਇਹ ਹੁੰਦਾ ਆ ਕਿ ਆਪਣਾ ਐਸਜੀਪੀਸੀ ਦੇ ਵੱਲੋਂ ਜਾਂ ਸਿੱਖ ਸੰਸਥਾਵਾਂ ਦੇ ਵੱਲੋਂ ਆਪਣਾ ਚੈਨਲ ਬਣਾਇਆ ਜਾਵੇ ਜਿਹਦੇ ਰਾਹੀਂ ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਹੋਵੇ। ਦੂਸਰਾ ਇਹ ਹੈ ਕਿ ਹੋਰ ਪ੍ਰਸਾਰਣ ਕਰਤਾਵਾਂ ਨੂੰ ਗੈਰ ਅਜ਼ਾਰੇਦਾਰਾਂ ਨਾਲ ਜ਼ਿੰਮੇਵਾਰੀ ਦਿੱਤੀ ਜਾਵੇ। ਸੋਲ ਐਕਸਕਲੂਸਿਵ ਤੇ ਐਬਸੋਲੂਟ ਰਾਈਟਸ ਇਹਨਾਂ ਨੇ ਟਰਮ ਵਰਤੀ ਹੋਈ ਹੈ ਐਗਰੀਮੈਂਟ ਦੇ ਵਿੱਚ, ਉਹ ਕਿਸੇ ਕੋਲ ਨਹੀਂ ਹੋ ਸਕਦੇ। Nobody can have sole, exclusive and absolute rights with related to ਗੁਰਬਾਣੀ broadcast। ਸੋ ਗੈਰ ਅਜ਼ਾਰੇਦਾਰਾਨਾ ਦਾ ਮਤਲਬ ਹੈ ਜਿਹੜੇ ਨੌਨ ਸੋਲ ਹੋਣਗੇ, ਨੌਨ ਐਕਸਕਲੂਸਿਵ ਹੋਣਗੇ, ਨੌਨ ਐਬਸੋਲੂਟ ਹੋਣਗੇ, ਉਹ ਹੋ ਸਕਦਾ। ਇੱਕ ਤਾਂ ਇਹ ਪ੍ਰਬੰਧ ਹੈ। ਇਸ ਤੋਂ ਇਲਾਵਾ ਤੀਜਾ ਹੈਗਾ ਕਿ ਸ਼ਰਤਾਂ ਤਹਿਤ ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਣ ਦਾ ਪ੍ਰਵਾਹ ਪ੍ਰਸਾਰਿਤ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਇੱਕ ਆਈਡੀਆ ਇਹ ਹੈ। ਚੌਥਾ ਇਹ ਹੈ ਕਿ ਗੁਰਮਤ ਦੇ ਸਿਧਾਂਤਾਂ ਤੋਂ ਸੇਧ ਲੈ ਕੇ ਨਿਸ਼ਕਾਮ, ਸਰਬ ਸਾਂਝਾ ਤੇ ਸੰਗਤੀ ਯੁਕਤ ਵਾਲਾ ਜਿਹੜਾ ਪ੍ਰਬੰਧ ਹੈ ਉਹ ਸਿਰਜਿਆ ਜਾਵੇ। ਸੋ ਇਹ 4 ਆਲਟਰਨੇਟਿਵਸ ਅਵੇਲੇਬਲ ਨੇ
ਇੱਕ ਤਾਂ ਇਹ ਹੈ ਕਿ ਆਪਣਾ ਚੈਨਲ ਖੋਲੋ, ਦੂਜਾ ਇਹ ਹੈ ਕਿ ਦੂਜੇ ਬ੍ਰੌਡਕਾਸਟਰਸ ਨੂੰ ਤੁਸੀਂ ਰਾਈਟ ਦਿਓ ਕਿਸੇ ਨੂੰ, ਜਿਸ ਤਰ੍ਹਾਂ ਇੱਕ ਹੁਣ ਦਿੱਤੇ ਜਾ ਰਹੇ ਆ, ਪਰ ਉਹ ਗੈਰ ਹਜ਼ਾਰੇਦਾਰਾਨਾ ਹੋਣੇ ਚਾਹੀਦੇ, ਸ਼ਰਤਾਂ ਤਹਿਤ ਹੋਣਗੇ। ਤੀਜਾ ਇਹ ਹੈ ਕਿ ਸ਼ਰਤਾਂ ਤਹਿਤ ਤੁਸੀਂ ਸਾਰਿਆਂ ਦੇ ਵਾਸਤੇ ਖੋਲ ਸਕਦੇ ਹੋ। ਚੌਥਾ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਕ੍ਰੀਏਟਿਵ ਕਾਮਨ ਪ੍ਰਬੰਧ ਸਿਰਜੋ, ਸੰਗਤੀ ਯੁਕਤ ਵਾਲਾ ਹੋਵੇ, ਗੁਰਮਤਿ ਸਿਧਾਂਤ ਦੇ ਅਨੁਸਾਰੀ ਹੋਵੇ, ਇੱਕ ਸਿੱਖਾਂ ਦਾ ਆਪਣਾ ਯੂਨੀਕ ਬ੍ਰੌਡਕਾਸਟਿੰਗ ਦਾ ਸਿਸਟਮ ਹੋਵੇ। ਸੋ ਅਸੀਂ ਇਹ ਸੁਝਾਅ ਦਿੱਤਾ ਆ, ਵੈਸੇ ਤਾਂ ਇਹ ਚਾਰੇ ਹੀ ਸੰਗਤ ਦੇ ਸਾਹਮਣੇ ਨੇ, ਪਰ ਕਮੇਟੀ ਦੇ ਵੱਲੋਂ ਇਹ ਸੁਝਾਅ ਹੈਗਾ ਕਿ ਜਿਹੜਾ ਸੰਗਤੀ ਯੁਕਤ ਵਾਲਾ ਤੇ ਨਿਸ਼ਕਾਮ ਤੌਰ ਦੇ ਉੱਪਰ ਚੱਲਣ ਵਾਲਾ, ਗੁਰਮਤਿ ਸਿਧਾਂਤ ਤੋਂ ਸੇਧ ਲੈਣ ਵਾਲਾ ਪ੍ਰਬੰਧ ਆ, ਉਹ ਹੋਣਾ ਚਾਹੀਦਾ। ਅਖੀਰ ਦੇ ਵਿੱਚ ਅਸੀਂ ਕੁਝ ਨੁਕਤੇ ਸੁਝਾਏ ਨੇ। ਇਹ ਲਿਸਟ ਜਿਹੜੀ ਆ ਐਕਸਕਲੂਸਿਵ ਹੈ, ਮਤਲਬ ਐਕਸਕਲੂਸਿਵ ਨਹੀਂ ਹੈ, ਇਨਕਲੂਸਿਵ ਹੈ। ਇਹਦੇ ਵਿੱਚ ਹੋਰ ਵੀ ਸੁਝਾਅ ਜਿਹੜੇ ਆ ਉਹ ਹੋ ਸਕਦੇ, ਨਾਨ ਐਗਜ਼ੌਸਟਿਵ ਹੈ, ਮੁਕੰਮਲ ਨਹੀਂ ਹੈਗੀ। ਪਹਿਲਾ ਇਹ ਹੈਗਾ ਆ ਕਿ ਗੁਰਬਾਣੀ ਪ੍ਰਸਾਰਨ ਦੇ ਪ੍ਰਵਾਹ ਦਾ ਕਿਸੇ ਵੀ ਤਰੀਕੇ ਦੇ ਨਾਲ ਵਪਾਰੀਕਰਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰਬਾਣੀ ਪ੍ਰਵਾਹ ਦਾ ਵਪਾਰੀਕਰਨ ਹੋ ਹੀ ਨਹੀਂ ਸਕਦਾ। ਦੂਸਰਾ ਇਹ ਹੈ ਕਿ ਕਿਸੇ ਨੂੰ ਵੀ ਗੁਰਬਾਣੀ ਪ੍ਰਵਾਹ ਉੱਪਰ ਅਜਾਰੇਦਾਰੀ, ਸੋਲ ਐਕਸਕਲੂਸਿਵ ਐਂਡ ਐਬਸੋਲੂਟ ਰਾਈਟਸ ਸਥਾਪਿਤ ਕਰਨ ਦਾ ਹੱਕ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਗੁਰਬਾਣੀ ਸਰਬ ਸਾਂਝੀ ਹੈ। ਤੀਸਰੀ ਚੀਜ਼ ਹੈ ਕਿ ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਕਰਕੇ ਪ੍ਰਚਾਰ ਪ੍ਰਸਾਰ ਦੇ ਇਛੁਕ ਸਾਰੇ ਮੰਚਾਂ, ਚੈਨਲਾਂ ਨੂੰ ਅਜਿਹੀ ਸਮੱਗਰੀ ਦਾ ਪ੍ਰਸਾਰਣ ਨਹੀਂ ਕਰ ਸਕਦੇ ਜਿਹੜੇ ਗੁਰਮਤਿ ਸਿਧਾਂਤਾਂ ਦੇ ਉਲਟ ਕੰਟੈਂਟ ਦਾ ਪ੍ਰਸਾਰਣ ਕਰਦੇ ਹੋਣ, ਜਾਂ ਪੰਜ ਵਿਕਾਰਾਂ ਨੂੰ, ਜਿਹੜੀ ਪੰਜ ਵਿਕਾਰ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਕੰਟੈਂਟ ਦਾ ਜਿਹੜਾ ਪ੍ਰਸਾਰਣ ਕਰਦੇ ਹੋਣ, ਉਹਨਾਂ ਚੈਨਲਾਂ ਦੇ ਉੱਪਰ ਇਹਦਾ ਪ੍ਰਸਾਰਣ ਜਿਹੜਾ ਗੁਰਬਾਣੀ ਦਾ ਆ ਉਹ ਨਹੀਂ ਹੋਣਾ ਚਾਹੀਦਾ। ਤੇ ਅਖੀਰ ਦੇ ਵਿੱਚ ਹੈਗਾ ਕਿ ਜਿਹੜੇ ਵੀ ਅਦਾਰੇ ਸ਼ਰਤਾਂ ਪੂਰੀਆਂ ਕਰਦੇ ਹੋਣ, ਉਹ ਜੇਕਰ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਕੋਲੋਂ ਪ੍ਰਬੰਧ ਨੂੰ ਸੁਚਾਰੂ ਰੱਖਣ ਦੇ ਵਾਸਤੇ ਜਾਂ ਕੋਈ ਸ਼ਰਤਾਂ ਜਿਹੜੀਆਂ ਉਹ ਤੈਅ ਕੀਤੀਆਂ ਜਾ ਸਕਦੀਆਂ, ਜਿਨ੍ਹਾਂ ਦੇ ਵਿੱਚ ਵਿੱਤੀ ਕੰਸੀਡਰੇਸ਼ਨ ਜਿਹੜੀ ਹੈ ਉਹਦੇ ਇਵਜ਼ਾਨੇ ਦੇ ਵਜੋਂ ਨਾ ਹੋਵੇ, ਪਰ ਉਹਦੇ ਪ੍ਰਬੰਧ ਨੂੰ ਸਪੋਰਟ ਕਰਨ ਦੇ ਵਾਸਤੇ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਹੋ ਸਕਦਾ। ਸੋ ਇਹ ਰਿਪੋਰਟ ਦੇ ਹੁਣ ਸਾਰੀ ਸੰਗਤ ਦੇ ਸਾਹਮਣੇ ਹੈ ਤੇ ਅਸੀਂ ਚਾਹਾਂਗੇ ਕਿ ਇਹਦਾ ਜਿਹੜਾ ਨੋਟਿਸ ਹੈ ਉਹ ਸਿੱਖ ਸੰਗਤ ਲਵੇ। ਦੂਸਰੀ ਗੱਲ ਇਹ ਹੈ ਕਿ ਜਿਹੜੀ ਵੀ ਗੱਲ ਰਿਪੋਰਟ ਦੇ ਵਿੱਚ ਕਹੀ ਗਈ ਹੈ ਉਹਦੀ ਸਮੁੱਚੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਸੀਂ ਓਟਦੇ ਹਾਂ, ਪਰ ਜਿਹੜੀ ਕੋਈ ਗੱਲ ਰਿਪੋਰਟ ਦੇ ਬਾਹਰੀ ਤੌਰ ਦੇ ਉੱਪਰ, ਆਪਣੇ ਤੌਰ ਦੇ ਉੱਪਰ ਹੋ ਸਕਦਾ ਮੇਰੇ ਕੋਲੋਂ ਹੀ ਕੋਈ ਗੱਲ ਤੁਹਾਡੇ ਨਾਲ ਕਰਦਿਆਂ ਹੋਇਆਂ ਸਾਂਝੀ ਕੀਤੀ ਗਈ ਹੋਵੇ, ਉਹਦੀ ਜ਼ਿੰਮੇਵਾਰੀ ਹਰ ਇੱਕ ਇੰਡੀਵਿਜੂਅਲ ਦੀ ਜਿਹੜੀ ਆ ਉਹ ਆਪਣੀ ਹੋ ਸਕਦੀ ਹੈ। ਜਿਹੜੀ ਰਿਪੋਰਟ ਆ ਇਹਦੇ ਵਿੱਚ ਜਿੰਨੇ ਵੀ ਸਪੋਰਟਿਵ ਡਾਕੂਮੈਂਟ ਨੇ ਉਹ ਨਾਲ ਲੱਗੇ ਹੋਏ ਆ, ਤੇ ਬਾਕੀ ਮੈਂ ਪ੍ਰੋਫੈਸਰ ਸਾਹਿਬ ਨੂੰ ਜਾਂ ਸਾਡੇ ਜਿਹੜੇ ਹੋਰ ਸਤਿਕਾਰਯੋਗ ਮੈਂਬਰ ਸਾਹਿਬਾਨ ਹਨ ਉਹ ਆਪਣੀ ਗੱਲ ਰੱਖ ਸਕਦੇ ਆ। ਇਹ ਜਿੰਨਾ ਪੱਖਾਂ ਦੇ ਉੱਪਰ ਤੁਹਾਡੇ ਨਾਲ ਸਾਂਝ ਕੀਤੀ, ਉਹਨਾਂ ਬਾਰੇ ਕੋਈ ਵੀ ਸਵਾਲ ਹੋਵੇ ਆਪ ਪਰਸਨਲੀ ਉਹਦੇ ਬਾਰੇ ਗੱਲਬਾਤ ਕਰ ਸਕਦੇ ਆ। ਕੁਝ ਗੱਲਾਂ ਤੇ ਮੁੱਦਿਆਂ ਤੇ ਮੈਂ ਜਾਣਨਾ ਪਾਉਣਾ ਚਾਹੁੰਦਾ, ਤੇ ਉਹ ਮੁੱਦੇ ਕਿਸੇ ਤਰ੍ਹਾਂ ਵਿਦਵਾਨ ਮੇਰੇ ਸਾਥੀਆਂ ਦੀ ਨਜ਼ਰ ਚੋਂ ਰਹਿ ਗਏ। ਉਹ ਇਹ ਹੈ ਕਿ ਵੀ ਜਿਹੜਾ ਹਰਮੰਦਰ ਸਾਹਿਬ ਹੈ, ਦਰਬਾਰ ਸਾਹਿਬ ਹੈ, ਇਹਦੀ ਜਿਹੜੀ ਸੁੰਦਰ ਬਿਲਡਿੰਗ ਦੀ ਰਚਨਾ ਕੀਤੀ ਹੈ, ਸਿਰਜਣਾ ਕੀਤੀ ਹੈ, ਇਹਦੀ ਕੰਸਟਰਕਸ਼ਨ ਕੀਤੀ ਹੈ, ਗੁਰੂ ਸਾਹਿਬ ਨੇ ਆਪ ਕੀਤੀ ਹੈ। ਹੁਣ ਉਹਦੇ ਅੰਦਰ ਜਿਹੜੀ ਗੁਰਬਾਣੀ ਦਾ ਸ਼ਬਦ ਕੀਰਤਨ ਹੁੰਦਾ, ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਐਡੀਟਿੰਗ, ਉਹ ਵੀ ਗੁਰੂ ਸਾਹਿਬ ਨੇ ਕੀਤੀ ਹੈ। ਉਹਦੇ ਅੰਦਰ ਜਿਹੜੀ ਮਰਿਆਦਾ ਮੁਤਾਬਕ ਸ਼ਬਦ ਕੀਰਤਨ ਹੁੰਦਾ, ਉਹਦੀ ਆਪਾਂ ਕੀਮਤ ਕਿਵੇਂ ਫਿਕਸ ਕਰਦੇ ਹਾਂ? ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ, ਬੀਬੀ ਜਗੀਰ ਕੌਰ ਨੇ ਜਦੋਂ ਇਹ ਐਗਰੀਮੈਂਟ ਕੀਤਾ ਤੇ ਆਪਾਂ ਇਹਨੂੰ ਕਿਵੇਂ ਨਿਸ਼ਚਿਤ ਕੀਤਾ? ਕੀਮਤ ਦਾ ਕੀ ਕ੍ਰਾਈਟੇਰੀਆ, ਕੀ ਹੋ ਸਕਦਾ ਕ੍ਰਾਈਟੇਰੀਆ? ਜਿਹੜੀ ਧਾਰਮਿਕ ਸਾਡਾ ਹਰਮੰਦਰ ਸਾਹਿਬ ਸਿੱਖਾਂ ਦਾ ਗੁਰੂ ਸਾਹਿਬ ਨੇ ਬਣਾਇਆ, ਉਹਦੇ ਅੰਦਰ ਜਿਹੜਾ ਸ਼ਬਦ ਕੀਰਤਨ ਹੁੰਦਾ ਉਹਦੀ ਕੀਮਤ ਕੋਈ ਨਿਸ਼ਚਿਤ ਹੀ ਨਹੀਂ ਕਰ ਸਕਦਾ, ਕਿਉਂਕਿ ਉਹ ਇੱਕ ਪਵਿੱਤਰ ਹਸਤੀ ਦੇ ਹੱਥੋਂ ਬਣੀ ਹੋਈ, ਮਨੁੱਖਤਾ ਨੂੰ ਦਿੱਤੀ ਹੋਈ ਇੱਕ ਸੁੰਦਰ ਬਿਲਡਿੰਗ ਹੈ, ਗੁਰਦੁਆਰਾ ਹੈ, ਔਰ ਉਹਦੇ ਚਾਰੋਂ ਪਾਸੇ ਉੱਥੇ ਅਕਾਲ ਤਖਤ ਵੀ ਹੈ, ਉਹ ਸਾਡਾ ਮੀਰੀ ਪੀਰੀ ਦਾ ਹੈ। ਇਹ ਸਾਡਾ ਜਿਹੜਾ ਧਰਮ ਦਾ, ਗੁਰਬਾਣੀ ਦਾ ਜਿਹੜੀ ਭਾਵਨਾ ਹੈ। ਇੱਕ ਤੇ ਮੈਂ ਇਹ ਪੁਆਇੰਟ ਦਾ, ਦੂਜਾ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿਹੜੀ ਸਿੱਖ ਕੌਮ ਹੈ ਇਹ ਮੰਗਦੀ ਹੈ ਸਰਬਤ ਦਾ ਭਲਾ। ਅਸੀਂ ਅਰਦਾਸ 'ਚ ਰੋਜ਼ ਕਹਿੰਦੇ ਹਾਂ ਹਰ ਸਿੱਖ ਮੰਗਦਾ, ਤੋ ਇਹ ਜਦੋਂ ਅਸੀਂ ਸਰਬਤ ਦਾ ਭਲਾ ਤਾਂ ਹੁੰਦਾ ਹੈ ਜੇਕਰ ਜਿਹੜਾ ਵੀ ਸ਼ਬਦ ਕੀਰਤਨ ਸੁਣਨਾ ਚਾਹੁੰਦਾ ਹੈ ਪੈਸਿਆਂ ਤੋਂ ਬਿਨਾਂ, ਉਹਦੇ ਤੱਕ ਅਸੀਂ ਸ਼ਬਦ ਕੀਰਤਨ ਪਹੁੰਚਾਈਏ। ਤੇ ਜੇ ਅਸੀਂ ਉਹਦੇ ਤੇ ਪੈਸਿਆਂ ਨਾਲ ਰੋਕ ਲਾਈ ਹੋਈ ਹੈ, ਪਾਬੰਦੀਆਂ ਲੱਗੀਆਂ, ਤੇ ਇਹ ਸਰਬਤ ਦਾ ਭਲਾ
ਨਹੀਂ ਕਰ ਰਿਹਾ, ਨਾ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਸੰਗੀਤਾਂ ਉਤੇ ਗੁਰਬਾਣੀ ਨੂੰ ਉਹ ਕਰਨ ਦਾ ਦਿੱਤਾ, ਜਿਹੜੀਆਂ ਤਰਜਾਂ ਤੇ ਉਸ ਨੂੰ ਕਰਨ ਲਈ ਦਿੱਤਾ ਹੋਇਆ, ਤੇ ਉਹਦੇ 'ਚ ਵੀ ਰੁਕਾਵਟ ਹੈ। ਤੀਜੀ ਹੈਗੀ ਹੈ, ਇਹ ਸਰਬ ਸਾਂਝੀ ਹੈ। ਇਹ ਗੁਰਬਾਣੀ ਜਿਹੜੀ ਹੈ ਇਹ ਕਿਸੇ ਇੱਕ ਦੀ ਜਾਇਦਾਦ ਨਹੀਂ ਹੈਗੀ, ਇਹ ਵੀ ਅਸੀਂ ਹਰ ਸਿੱਖ ਨੂੰ ਪਤਾ ਹੈ। ਔਰ ਅਸੀਂ ਕੀ ਕੀਤਾ ਕਿ ਇਹ ਜਿਹੜੀ ਸਰਬ ਸਾਂਝੀ ਚੀਜ਼ ਸੀਗੀ ਉਹ ਬੀਬੀ ਜਗੀਰ ਕੌਰ ਤੇ ਬਾਦਲਾਂ ਦਾ, ਕਿਉਂਕਿ SGPC ਤੇ ਉਹਨਾਂ ਦਾ ਕੰਟਰੋਲ ਹੈ, ਉਹਨਾਂ ਦੇ ਕੰਟਰੋਲ 'ਚ ਅਕਾਲ ਤਖਤ ਦਾ ਜਿਹੜੇ ਜੱਥੇ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਉਹ ਹੈਗੇ, ਤੇ ਉਹਨਾਂ ਦੇ ਅੰਡਰ ਹੀ SGPC ਹੈਗੀ। ਤਾਂ ਉਹਨਾਂ ਨੇ ਇਸ ਨੂੰ ਜਿਹੜਾ ਸਰਬ ਸਾਂਝੀ ਵੀ ਨਹੀਂ ਰਹਿਣ ਦਿੱਤਾ, ਤੇ ਹਰ ਰੰਗ ਨਾਲ ਉਹਨੂੰ ਸਰਬਤ ਦੇ ਭਲੇ ਲਈ ਵੀ ਨਹੀਂ ਵਰਤ ਹੋ ਸਕਦੀ, ਕਿਉਂਕਿ ਸਭ ਤੱਕ ਨਹੀਂ ਪਹੁੰਚਦੀ। ਤਾਂ ਇਹ ਸਾਰੀ ਚੀਜ਼ ਨੂੰ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਵੀ ਇਹਦੀ ਜਿਹੜਾ ਮੁਲਾਂਕਣ ਕੀਤਾ ਗਿਆ, ਇਹਦਾ ਜਿਹੜਾ ਮੁੱਲ ਨਿਸ਼ਚਿਤ ਕੀਤਾ ਗਿਆ, ਉਸ ਦੇ ਆਧਾਰ ਕੀ ਸੀਗੇ। ਤਾਂ ਇਹ ਸਾਨੂੰ ਇਹਨਾਂ ਨੂੰ ਚੈਲੰਜ ਕਰਦੇ ਹਾਂ, ਤੇ ਇਸ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਜਾਂਦੀ ਹੈ ਗਲਤ ਰਾਹ ਤੇ ਜਿਹੜੀ ਅਸੀਂ ਪਾਈ ਉਹ ਬੀਬੀ ਜਗੀਰ ਕੌਰ ਨੇ ਪਾਈ, ਤੇ ਬੀਬੀ ਜਗੀਰ ਤੋਂ ਬਾਅਦ ਜਿਹੜੇ ਜਿਨ੍ਹਾਂ ਦਾ SGPC ਤੇ ਇਹਦੇ ਤੇ ਕਬਜ਼ਾ ਸੀਗਾ, ਉਹਨਾਂ ਨੇ ਇਸ ਨੂੰ ਇਸ ਤਰ੍ਹਾਂ ਦਾ ਇਸ ਦਾ ਵਪਾਰੀਕਰਨ ਜਿਹੜਾ ਕੀਤਾ। ਮੈਂ ਜਦੋਂ ਹੀ ਸ਼ੁਰੂ ਹੋਇਆ ਸੀ ਉਸ ਵੇਲੇ ਮੈਂ ਅਜੀਤ 'ਚ ਇੱਕ ਆਰਟੀਕਲ ਲਿਖਿਆ ਸੀ, ਤੇ ਉਹ ਮੇਰਾ ਅਜੀਤ ਵਾਲਿਆਂ ਨੇ ਛਾਪਿਆ ਸੀ ਕਿ ਗੁਰਬਾਣੀ ਦਾ ਵਪਾਰੀਕਰਨ ਨਹੀਂ ਹੋ ਸਕਦਾ। ਸੋ ਮੈਂ ਇੰਨਾ ਕੁਝ ਹੀ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ, ਸਾਰੇ ਜਿਹੜੇ ਮੇਰੇ ਸੀਨੀਅਰ ਨੇ ਸਾਰੇ, ਉਹਨਾਂ ਨੇ ਆਪਣੀ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕੀਤੀ ਹੈ, ਤੇ ਇਹਦੇ ਵਿੱਚੋਂ ਇਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਗੁਰਬਾਣੀ ਦਾ ਪ੍ਰਚਾਰ ਨਹੀਂ, ਗੁਰਬਾਣੀ ਦਾ ਵਪਾਰ ਕੀਤਾ ਜਾ ਰਿਹਾ ਹੈ। ਸਿੱਧਾ ਸਿੱਧਾ ਇਹ ਜਿਹੜਾ ਸਾਹਮਣੇ ਆਉਂਦਾ, ਤੇ ਗੁਰਬਾਣੀ ਤੁਰਕੀ ਬਾਣੀ ਹੈ। ਤੁਰਕੀ ਬਾਣੀ ਦੇ ਵਿੱਚ ਕੋਈ ਇਹੋ ਜਿਹਾ ਕਨਸੈਪਟ ਹੀ ਹੈ ਨਹੀਂ ਕਿ ਜਿੱਥੇ ਤੁਸੀਂ ਵਪਾਰ ਕਰ ਸਕੋ। ਤੁਰਕੀ ਬਾਣੀ ਦਾ ਪ੍ਰਚਾਰ ਹੀ ਕੀਤਾ ਜਾ ਸਕਦਾ ਹੈ। ਉਹਦੇ ਵਿੱਚ ਪੈਸੇ ਦਾ ਲੈਣ ਦੇਣ ਹੈ, ਜਾਂ ਫਿਰ ਪੈਸੇ ਨੂੰ ਮੁੱਖ ਰੱਖ ਕੇ ਤੁਸੀਂ ਗੁਰਬਾਣੀ ਦਾ ਟੈਲੀਕਾਸਟ ਕਰੋ, ਉਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਤੇ ਰਿਪੋਰਟ ਦੇ ਵਿੱਚ ਇਹੀ ਸਾਹਮਣੇ ਲਿਆਂਦਾ ਗਿਆ ਕਿ ਇਹਦੇ ਵਿੱਚ ਵਿੱਤੀ ਬੇਨਿਯਮੀਆਂ ਵੀ ਨੇ ਤੇ ਧਾਰਮਿਕ ਬੇਨਿਯਮੀਆਂ ਵੀ ਨੇ। ਤੇ ਸਾਡੀ ਡਿਮਾਂਡ ਇਹੀ ਹੈ ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ, ਉਹਦੀ ਜਿਹੜੀ ਸਟ੍ਰੀਮਿੰਗ ਹੈ, ਉਹਦਾ ਲਾਈਵ ਪ੍ਰਸਾਰਣ ਹੈ, ਉਹ ਸਿੱਧਾ SGPC ਦੇ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਹੈ। SGPC ਦਾ ਆਪਣਾ ਇੱਕ ਚੈਨਲ ਹੋਣਾ ਚਾਹੀਦਾ ਹੈ। ਜਿਵੇਂ ਅਜੇਪਾਲ ਸਿੰਘ ਬਰਾੜ ਹੋਣਾ ਨੇ ਦੱਸਿਆ ਕਿ ਇੰਨਾ ਜ਼ਿਆਦਾ ਖਰਚਾ ਨਹੀਂ ਹੁੰਦਾ। ਆਪਾਂ ਵੀ ਸਾਰੇ ਮੀਡੀਆ ਦੇ ਨਾਲ ਕੰਸਰਨ ਰੱਖਦੇ ਹਾਂ ਕਿ ਇੱਕ ਲਾਈਵ ਸਟ੍ਰੀਮਿੰਗ ਦੇਣ ਦੇ ਲਈ ਕਿੰਨਾ ਕੁ ਖਰਚਾ ਹੁੰਦਾ ਹੈ। ਬਾਕੀ ਜਿਹੜਾ ਜੇ ਤੁਸੀਂ ਵਧਾਉਣਾ ਹੈ, ਉਹ ਅਸੀਂ ਕੁਆਲਿਟੀ ਨੂੰ ਸੁਧਾਰਨ ਦੇ ਲਈ ਵਧਾ ਸਕਦੇ ਹਾਂ। ਅਦਰਵਾਈਜ਼ 2 ਕਰੋੜ 3 ਕਰੋੜ ਇਹਦੇ ਨਾਲ ਵੀ ਕੀਤਾ ਜਾ ਸਕਦਾ ਹੈ। ਤੇ ਜਿਹੜੀ ਲਾਈਵ ਸਟ੍ਰੀਮਿੰਗ SGPC ਦੇ ਹੱਥ ਦੇ ਵਿੱਚ ਹੋਵੇ, ਤੇ ਉਹ ਜਿਹੜੇ ਨਿਯਮ ਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਚੈਨਲ ਨੇ, ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਹੁਣ ਜਿਹੜੇ ਚੈਨਲਾਂ ਤੇ ਚੱਲ ਰਹੀ ਹੈ, ਆਪਾਂ ਦੇਖਦੇ ਹਾਂ ਸਵੇਰੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ, ਔਰ ਉਸ ਤੋਂ ਬਾਅਦ ਨਾਲ ਦੀ ਨਾਲ, ਜਿਵੇਂ ਵੀਰ ਜੀ ਹੋਣਾ ਨੇ ਕਿਹਾ, ਕਿ 5 ਵਿਕਾਰਾਂ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਪ੍ਰੋਗਰਾਮ ਨੇ, ਉਹਨਾਂ ਚੈਨਲਾਂ ਤੇ ਨਹੀਂ ਹੋਣਾ ਚਾਹੀਦਾ। ਜੇ ਉਹ ਜਿਹੇ ਚੈਨਲਾਂ ਤੇ ਹੁੰਦਾ ਹੈ ਤਾਂ ਇਹਦਾ ਸਿੱਧਾ ਮਤਲਬ ਹੈ ਕਿ ਤੁਸੀਂ ਵਪਾਰ ਕਰ ਰਹੇ ਹੋ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਿੱਥੇ ਗੁਰਬਾਣੀ ਦਾ ਕਾਪੀਰਾਈਟ ਹੋ ਹੀ ਨਹੀਂ ਸਕਦਾ, ਅਸੀਂ ਇਹ ਸ਼ਬਦ ਨਹੀਂ ਵਰਤ ਸਕਦੇ ਕਿ ਹੋਣਾ ਨਹੀਂ ਚਾਹੀਦਾ, ਇਹ ਹੋ ਹੀ ਨਹੀਂ ਸਕਦਾ। ਗੁਰਬਾਣੀ ਤੁਰਕੀ ਬਾਣੀ ਹੈ। ਸੋ ਜਿਹੜੇ ਚੈਨਲਾਂ ਦੇ ਵਿੱਚ ਆਪਾਂ ਕਾਪੀਰਾਈਟ ਸਿਸਟਮ ਦੇਖਦੇ ਹਾਂ, ਤਾਂ ਉਹਦਾ ਮਤਲਬ ਹੁੰਦਾ ਕਿ ਸਾਡਾ ਹੱਕ ਹੈ। ਗੁਰਬਾਣੀ ਤੇ ਕਿਸੇ ਦਾ ਹੱਕ ਹੋ ਹੀ ਨਹੀਂ ਸਕਦਾ। ਸੋ ਇਹੀ ਡਿਮਾਂਡ ਹੈਗੀ ਹੈ ਕਿ ਇੱਕ ਸਟ੍ਰੀਮਿੰਗ ਹੈ ਜਿਹੜੀ SGPC ਦੇ ਹੱਥ ਵਿੱਚ ਹੋਣੀ ਚਾਹੀਦੀ ਹੈ, ਤੇ ਉਸ ਤੋਂ ਬਾਅਦ ਉਹ ਸ਼ਰਤਾਂ ਪੂਰੀਆਂ ਕਰਨ ਵਾਲੇ ਕਿਸੇ ਵੀ ਵੈਬ ਚੈਨਲ ਜਾਂ ਸੈਟੇਲਾਈਟ ਚੈਨਲ ਨੂੰ ਦਿੱਤੀ ਜਾਣੀ ਚਾਹੀਦੀ ਹੈ, ਵੰਡੀ ਜਾਣੀ ਚਾਹੀਦੀ ਹੈ, ਪਰ ਉਹ ਸ਼ਰਤਾਂ ਪੂਰੀਆਂ ਕਰਦੇ ਹੋਣ। ਸੋ ਸੰਗਤ ਦੇ ਸਾਹਮਣੇ, ਸੰਗਤ ਦੇ ਸਨਮੁਖੇ ਰਿਪੋਰਟ ਪੇਸ਼ ਹੈ, ਤੇ ਉਸ ਤੋਂ ਬਾਅਦ ਸੰਗਤ ਦੇ ਹੱਥ ਵਿੱਚ ਫੈਸਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਹੋਰ ਚੀਜ਼ ਐਡ ਕਰਨੀ ਚਾਹੁੰਦਾ ਕਿ ਜਿਹੜੇ ਰੇਡੀਓ ਸਟੇਸ਼ਨ ਹੈ, ਉਹ ਬੜੇ ਜਿਹੜਾ ਇੰਟਰਨੈਟ ਤੇ ਰੇਡੀਓ ਸਟੇਸ਼ਨ ਇਸ ਕਰਕੇ ਅਲਾਉ ਕੀਤਾ ਹੋਇਆ ਹੈ ਕਿ ਬਹੁਤ ਸਾਰੇ ਲੋਕਾਂ ਕੋਲ ਇੰਟਰਨੈਟ ਨਹੀਂ ਹੁੰਦਾ,
ਤੇ ਉਹ ਇਸ ਕਰਕੇ ਜਿਹੜਾ ਪੀਟੀਸੀ ਦਾ ਇਹੀ ਪ੍ਰੋਗਰਾਮ ਦੇਖ ਸਕਦੇ ਨੇ। ਸੋ ਐਸਜੀਪੀ ਨੂੰ ਚਾਹੀਦਾ ਹੈ ਕਿ ਅੱਜ ਕੱਲ ਇੰਨੇ ਸਸਤੇ ਰੇਡੀਓ ਸਟੇਸ਼ਨ ਬਣਦੇ ਨੇ ਕਿ ਹਰ ਡਿਸਟ੍ਰਿਕਟ 'ਚ ਹਰ ਥਾਂ ਤੇ ਰੇਡੀਓ ਸਟੇਸ਼ਨ ਜਿਹੜੇ ਲੋਕ ਕੋਈ ਕਾਰ ਚਲਾ ਰਿਹਾ ਕੋਈ ਚੱਲ ਰਿਹਾ ਉਹ ਸੁਣ ਸਕਦਾ। ਤੇ ਇਹ ਇੰਟਰਨੈਟ ਵਾਲਾ ਜਿਹੜਾ ਰੇਡੀਓ ਸਟੇਸ਼ਨ ਸਿਸਟਮ ਹੈ ਇਹ ਵੀ ਬੜਾ ਇਹਦਾ ਘੇਰਾ ਸੀਮਤ ਹੈ ਤੇ ਇਹ ਇਸ ਕਰਕੇ ਰੱਖਿਆ ਗਿਆ ਤਾਂ ਜੇ ਲੋਕੀ ਉਹ ਤੋਂ ਹਟ ਕੇ ਜਿਹਦੀ ਵਿਊਅਰਸ਼ਿਪ ਜਿਹੜੀ ਹੈ ਇਸ ਪੀਟੀਸੀ ਦੇ ਇਸ ਪ੍ਰੋਗਰਾਮ ਦੀ ਵਧੇ, ਜਿਹਦੇ ਨਾਲ ਕਿ ਉਹਨਾਂ ਦਾ ਜਿਹੜਾ ਐਡਵਰਟਾਈਜ਼ਮੈਂਟ ਦਾ ਰੇਟ ਹੈ ਉਹ ਵੀ ਬੜਾ ਉੱਪਰ ਜਾਏ। ਬੁਨਿਆਦੀ ਤੌਰ ਤੇ ਜੀ ਸਾਰੇ ਸਵਾਲਾਂ ਦੇ ਤੁਹਾਨੂੰ ਪੱਖ ਸਾਰੇ ਸਾਥੀਆਂ ਨੇ ਦੱਸੇ ਨੇ। ਰਿਪੋਰਟ ਦੇ ਵਿੱਚ ਮੱਦਾਂ ਦੇ ਬੇਸਿਸ ਦੇ ਉੱਤੇ ਮੈਂ ਇਹ ਗੱਲ ਜ਼ਰੂਰ ਐਡ ਕਰਨਾ ਚਾਹੁੰਦਾ ਸਿਰਫ ਕਿ ਸਵਾਲ 5 ਕਰੋੜ ਰੁਪਏ ਦੇ ਨਵੇਂ ਚੈਨਲ ਦਾ ਨਹੀਂ ਹੈ। ਚਾਹੇ 5 ਕਰੋੜ ਹੋਵੇ, 50 ਹੋਵੇ, 500 ਕਰੋੜ ਹੋਵੇ, 5000 ਕਰੋੜ ਹੋਵੇ, ਚਾਹੇ 50,000 ਕਰੋੜ ਹੋਵੇ, ਸਿੱਖ ਕੌਮ ਕੋਲ ਇਤਨੀ ਤਾਕਤ ਤੇ ਆਪਣੇ ਗੁਰੂ ਲਈ ਇੰਨਾ ਪਿਆਰ ਹੈਗਾ ਕਿ ਅਸੀਂ ਉਹ ਮੁਹੱਈਆ ਕਰਵਾ ਸਕਦੇ ਹਾਂ। ਇਹਨਾਂ ਪ੍ਰਿੰਸੀਪਲਸ ਦੇ ਉੱਤੇ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੀਮਤ ਤੇ। ਇਹ ਸਾਡਾ ਜਿਹੜਾ ਹੈਗਾ ਮੁੱਖ ਮੁੱਦਾ ਹੈਗਾ ਤੇ ਸਾਰੇ ਪੱਖ ਆਪ ਜੀ ਨੂੰ ਦੱਸ ਦਿੱਤੇ ਗਏ ਨੇ। ਇਹਦੀ ਹਾਰਡ ਕਾਪੀ ਤੇ ਪੀਡੀਐਫ ਕਾਪੀਜ਼ ਵੀ ਤੁਹਾਡੇ ਈਮੇਲ ਤੇ ਜੇ ਤੁਸੀਂ ਕਹੋ ਕਿ ਅਸੀਂ ਤੁਹਾਨੂੰ ਪਹੁੰਚਾ ਸਕਨੇ ਆ। ਜੇ ਤੁਹਾਡਾ ਕੋਈ ਸਵਾਲ ਹੈਗਾ ਤੇ ਵੀ ਆਰ ਰੈਡੀ ਟੂ ਟੇਕ ਇਟ। ਅਸੀਂ ਸ਼ਬਦਾਵਲੀ ਇਹ ਵਰਤੀ ਹੈ ਜੀ ਕਿ ਅਸੀਂ ਇਹ ਰਿਪੋਰਟ ਸਿੱਖ ਸੰਗਤ ਦੇ ਸਾਹਮਣੇ ਰੱਖ ਰਹੇ ਹਾਂ। ਸਿੱਖ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਬਾਅ ਪਾਉਣਾ ਚਾਹੀਦਾ, ਪਲੱਸ ਜਿਹੜੇ ਸੰਬੰਧਿਤ ਵਾਇਲੇਟਰਸ ਨੇ, ਅਸੀਂ ਸਪੈਸੀਫਿਕਲੀ ਰਵਿੰਦਰ ਨਾਰਾਇਣ ਦਾ ਨਾਮ ਮੈਂਸ਼ਨ ਕੀਤਾ ਹੋਇਆ। ਇਸ ਤੋਂ ਇਲਾਵਾ ਹੋਰ ਜਿਹੜੇ ਵੀ ਸੰਬੰਧਿਤ ਡਾਇਰੈਕਟਰਸ ਨੇ, EMPLOYEES ਨੇ, ਉਹਨਾਂ ਦੇ ਖਿਲਾਫ ਸੰਗਤੀ ਰੂਪ ਵਿੱਚ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਤੁਸੀਂ ਵਿੱਚ ਬੰਦਾ ਵੀ ਲਾਇਆ, ਤੁਸੀਂ ਫੋਟੋ ਵੀ ਲਾਈ, ਉਹਦੇ ਉੱਪਰ ਇੱਕ ਉਹਨਾਂ ਨੇ ਹੈਡਿੰਗ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਜ਼ਿਕਰ ਕੀਤਾ, ਕਹਿੰਦੇ ਕੁਝ ਗਰੁੱਪ ਜਿਹੜੇ ਹੈਗੇ ਨੇ ਇਤਰਾਜ਼ ਸਿਰਫ ਉਹਨਾਂ ਦਾ ਹੈਗਾ, ਸੰਗਤ ਨੂੰ ਕੋਈ ਇਤਰਾਜ਼ ਨਹੀਂ। ਇਸ ਤਰ੍ਹਾਂ ਜੀ ਕਿ ਜਿਹੜੇ ਗਰੁੱਪਸ ਹੈਗੇ ਨੇ ਉਹ ਸੰਗਤ ਦੀ ਰਾਏ ਦੀ ਹੀ ਜਿਹੜੇ ਗਰੁੱਪਸ ਨੇ ਉਹ ਸੰਗਤ ਦੀ ਰਾਏ ਦੀ ਹੀ ਤਰਜਮਾਨੀ ਕਰਦੇ ਨੇ। ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈਗਾ। ਜਿਨ੍ਹਾਂ ਨੇ ਇਹ ਗੱਲ ਕਹੀ ਹੈ, ਅਸੀਂ ਇਹ ਕਹਿੰਦੇ ਪਏ ਹਾਂ ਕਿ ਅਸੀਂ ਜੋ ਸਾਨੂੰ ਸੰਗਤ ਤੋਂ ਫੀਡਬੈਕ ਮਿਲੀ ਹੈ, ਸਿਰਫ ਪੰਜਾਬ ਵਿੱਚ ਨਹੀਂ, ਪੰਜਾਬ ਤੋਂ ਬਾਹਰ ਵੀ, ਹਿੰਦੁਸਤਾਨ ਤੋਂ ਬਾਹਰ ਵੀ, ਔਰ ਵੱਖ-ਵੱਖ ਸੋਰਸਿਸ ਤੋਂ ਜਿੱਥੋਂ ਫੀਡਬੈਕ ਮਿਲੀ ਹੈ, ਉਸ ਫੀਡਬੈਕ ਦੇ ਆਧਾਰ ਦੇ ਉੱਤੇ ਇਹ ਸਾਰੀ ਚੀਜ਼ ਤਿਆਰ ਕੀਤੀ ਗਈ ਹੈ। ਪਲੱਸ ਅਸੀਂ ਮਤੇ ਜਿਹੜੇ ਵੱਖ-ਵੱਖ ਸੰਸਥਾਵਾਂ, ਸਿੱਖ ਸੰਸਥਾਵਾਂ ਇੰਟਰਨੈਸ਼ਨਲ ਦੇ ਵੱਲੋਂ ਪਾਸ ਕੀਤੇ ਗਏ, ਉਹਨਾਂ ਦੀ ਕਾਪੀ ਪਿੱਛੇ ਲੱਗੀ ਹੋਈ ਹੈ ਉਰਲੇ ਪਾਸੇ ਹੈ। ਹਾਂਜੀ, ਇਹ ਤਾਂ ਸਾਰੇ ਮਤੇ ਜੋ ਐਨੈਕਸਚਰ 63 ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਸੰਸਾਰ ਭਰ ਵਿੱਚ ਜਿਨ੍ਹਾਂ ਨੇ ਇਸ ਪ੍ਰਥਾਏ ਮਤੇ ਪਾਸ ਕਰਕੇ ਭੇਜੇ ਨੇ, ਉਹਨਾਂ ਸਾਰਿਆਂ ਦੀ ਡਿਟੇਲਸ ਦਿੱਤੀ ਗਈ ਹੈ। ਹੋਰ ਵੀ ਨੇ ਜਿਨ੍ਹਾਂ ਦੇ ਨਾਮ ਇਹਦੇ ਵਿੱਚ ਨਹੀਂ ਹੋਣਗੇ, ਲੇਕਿਨ ਹਰ ਸਿੱਖ ਨੂੰ ਜਿਹੜੀ ਚੈਨਲ ਦੇ ਉੱਤੇ ਜਿਸ ਤਰੀਕੇ ਦੀ ਬ੍ਰੌਡਕਾਸਟਿੰਗ ਹੁੰਦੀ ਹੈ ਉਹਦੇ ਤੇ ਪੀੜਾ ਹੁੰਦੀ ਹੈ। ਕੋਈ ਬੋਲਦਾ, ਕੋਈ ਨਹੀਂ ਬੋਲਦਾ, ਕੋਈ ਉੱਚੀ ਆਵਾਜ਼ ਵਿੱਚ ਬੋਲਦਾ ਜਿਸ ਤਰ੍ਹਾਂ ਅਸੀਂ ਬੋਲ ਰਹੇ ਹਾਂ, ਕੋਈ ਦੱਬੀ ਜ਼ਬਾਨ ਵਿੱਚ ਬੋਲਦਾ, ਲੇਕਿਨ ਪ੍ਰੋਬਲਮ ਐਗਜ਼ਿਸਟ ਕਰਦੀ ਹੈ। ਇਸ ਕਰਕੇ ਇਸ ਨੂੰ ਐਡਰੈਸ ਕੀਤਾ ਜਾਣਾ ਚਾਹੀਦਾ। ਸੰਗਤ ਨੇ ਅਨੰਦਪੁਰ ਸਾਹਿਬ ਦੇ ਮਤੇ ਦਾ ਫੈਸਲਾ ਕੀਤਾ ਸੀ, ਉਹਦੇ ਵਿੱਚ ਬਕਾਇਦਾ ਇਹ ਕਿ ਸਿੱਖ ਸੰਗਤ ਦੇ ਖਾਲਸਾ ਪੰਥ ਫੰਡ ਚੁੱਕੇਗਾ, ਆਪ ਸਟੇਸ਼ਨ ਜਿਹੜਾ ਸਥਾਪਿਤ ਕਰਨ ਦੀ ਆਗਿਆ ਹੈ। ਉਸ ਤੋਂ ਬਾਅਦ ਵੀ, ਉਸ ਮਤੇ ਤੋਂ ਬਾਅਦ ਵੀ ਕਿਸੇ ਨਿੱਜੀ ਚੈਨਲ ਕੋਲ ਜਾਣਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਖਾਮੀਆਂ ਜਾਂ ਕਮੀਆਂ। ਬਿਲਕੁਲ ਕੋਈ ਸ਼ੱਕ ਨਹੀਂ ਹੈ। ਜੇ ਉਹ ਅਸੀਂ ਆਪਣੀ ਜਿਹੜੀ ਗੱਲ ਹੈਗੀ ਹੈ ਉਹਦੇ ਤੋਂ ਬੈਕਆਊਟ ਹੋਏ ਆ, ਇਸੇ ਕਰਕੇ ਹੀ ਇਹ ਖਾਮੀਆਂ ਆਈਆਂ ਨੇ, ਇਸੇ ਕਰਕੇ ਹੀ ਇਹ ਖਾਮੀਆਂ ਆਈਆਂ ਨੇ ਔਰ ਪ੍ਰੋਬਲਮਸ ਵਿੱਚ ਹੈਗੇ ਆ। ਹੁਣ ਮੀਡੀਆ ਸਟਰੋਂਗ ਹੈਗਾ, ਸੋਸ਼ਲ ਮੀਡੀਆ ਸਟਰੋਂਗ ਹੈਗਾ, ਸੰਗਤ ਕੋਲ ਬੜੇ ਤਰੀਕੇ ਦੇ ਦਬਾਅ ਪਾਉਣ ਦੇ ਸਾਨੂੰ ਉਮੀਦ ਹੈ, ਪੂਰੀ ਉਮੀਦ ਹੈ ਕਿ ਇਸ ਵਾਰੀ ਕੁਛ ਨਾ ਕੁਛ ਬਿਲਕੁਲ
ਹੋਣਾ ਚਾਹੀਦਾ ਉਹ ਸਾਡਾ ਅੱਜ ਦਾ ਵਿਸ਼ੇ ਨਹੀਂ ਹੈ ਠੀਕ ਹੈ ਨਾ we will restrict ourselves to this report ਅਜੇ ਜੀ ਮੈਂ ਪੀਟੀਸੀ ਤੋਂ ਹੀ ਹਾਂ ਮੈਂ ਇੱਕ ਹੋਰ ਕੰਟੈਕਸਟ ਦੀ ਗੱਲ ਕਰਨੀ ਜਿਹੜੀ ਤੁਸੀਂ ਗੱਲ ਕੀਤੀ ਨੇ ਜਿਹੜਾ ਮਿਸ ਪੰਜਾਬ ਨਾਲ ਹੋਇਆ ਉਹਦੇ ਵੱਲੋਂ ਸਾਡੇ ਚੈਨਲ ਵੱਲੋਂ ਇੱਕ ਸਪਸ਼ਟੀਕਰਨ ਵੀ ਦਿੱਤਾ ਗਿਆ ਹੈ ਕਿ ਜਿਹੜਾ ਭੁਪਿੰਦਰ ਸਿੰਘ ਹੈ ਐਨਸੀ ਘੁੰਮਣ ਹੈਗੇ ਉਹਨਾਂ ਦਾ ਪੀਟੀਸੀ ਤੋਂ ਲੈਣਾ ਦੇਣਾ ਕੁਝ ਨਹੀਂ ਹੈ ਤੇ ਚੈਨਲ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਗਰ ਕੋਈ ਪ੍ਰੂਫ ਕਰਦੇ ਤਾਂ ਉਸ ਨੂੰ ਲੈ ਕੇ ਮਤਲਬ ਕੈਸ਼ ਅਵਾਰਡ ਜਿਹੜਾ ਕੀਤਾ ਹੈ ਜਾਂ ਦੂਸਰੀ ਚੀਜ਼ ਇਹ ਕਿ ਜਿਹੜੀ ਤੁਸੀਂ ਐਫਆਈਆਰ ਦੀ ਗੱਲ ਕੀਤੀ ਹੈਗੀ ਹੈ ਕਿਹਦੀ ਐਫਆਈਆਰ ਦੀ ਗੱਲ ਕੀਤੀ ਹੈ ਜਿਹੜੀ ਚੈਨਲ ਦੇ ਵਿੱਚ ਜਿੰਨੇ ਵੀ ਤੁਸੀਂ ਭਾਈ ਸਾਹਿਬ ਡਿਟੇਲ ਵਿੱਚ ਜਾਓ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਮੇਰੀ ਅਰਜ਼ ਸੁਣ ਲਵੋ ਵੀਰ ਜਸਪਾਲ ਸਿੰਘ ਜੀ ਨੇ ਉਸ ਇਸ਼ੂ ਨੂੰ ਟੱਚ ਕੀਤਾ he has only touched it that is not part of our no we don't want to answer any question relating to that particular program that is not our agenda we are not talking about that because that has been leaked and that is why we are here that is not the case we are already 2 years too late we got this opportunity now ਕਿਉਂਕਿ ਅਸੀਂ ਉਹਨਾਂ ਨੂੰ ਹੁਣ ਦੁਬਾਰਾ ਵੀ ਰਿਕੁਐਸਟ ਕੀਤੀ ਐਸਜੀਪੀਸੀ ਅਥਾਰਟੀਜ਼ ਨੂੰ ਉਹਨਾਂ ਨੇ ਸਾਨੂੰ ਮੌਕਾ ਨਹੀਂ ਦਿੱਤਾ so we had to reply that is between PTC and the public in this report so our people said it at the outset what is not covered here is not what we are talking about today it is that's our considered opinion ਨਹੀਂ ਉਹ ਉਹਨਾਂ ਨੇ ਜ਼ਿਕਰ ਕਰਤਾ ਉਹਨਾਂ ਕਰਤਾ ਉਹ ਅਸੀਂ ਇਹ ਵੀ ਕਹਿਤਾ ਉਹਨਾਂ ਨੇ ਉਸ ਤੋਂ ਬਾਅਦ ਕਹਿਤਾ ਵੀ ਕੁਝ ਗੱਲਾਂ ਜਿਹੜੀਆਂ ਬੋਲਣ ਗਿਆ ਬੰਦਾ ਬੋਲਦਾ ਹੈ but that's not ਨਿੱਜੀ ਹੈ